ਬੱਚੋ ਅੱਜ ਨਾ ਆਪਾਂ ਜਿਹੜਾ ਯੂਨਿਟ 9 ਆ ਬੇਸਿਕਲੀ ਉਹ ਸਟਾਰਟ ਕਰਨ ਲੱਗੇ ਹਾਂ। ਠੀਕ ਹੈ, 9th ਯੂਨਿਟ ਕਿਹੜਾ ਹੈ ਆਪਣਾ ਇਲੈਕਟ੍ਰੋਨਿਕ ਡਿਵਾਈਸਿਸ। ਠੀਕ ਹੈ, ਸੋ ਇਹ ਯੂਨਿਟ ਸਟਾਰਟ ਕਰਨ ਲੱਗੇ ਹਾਂ। ਦੇਖੋ ਇਲੈਕਟ੍ਰੋਨਿਕ ਡਿਵਾਈਸਿਸ ਦੇ ਵਿੱਚ ਪਹਿਲਾਂ ਪੜ੍ਹਾਂਗੇ ਕੰਡਕਟਰ ਕਿਹਨੂੰ ਕਹਿੰਦੇ ਆ, ਇੰਸੂਲੇਟਰ ਔਰ ਸੈਮੀ ਕੰਡਕਟਰਸ। ਠੀਕ ਹੈ, ਇਲੈਕਟ੍ਰੋਨਿਕ ਡਿਵਾਈਸਿਸ ਵਿੱਚ ਬੇਸਿਕਲੀ ਸੈਮੀ ਕੰਡਕਟਰਸ ਯੂਜ਼ ਹੁੰਦੇ। ਸੈਮੀ ਦਾ ਮਤਲਬ ਹੁੰਦਾ ਅੱਧ ਵਿਚਕਾਰ। ਮੰਨ ਲਓ ਆਹ ਕੰਡਕਟਰ ਹੈ ਮੇਰਾ, ਠੀਕ ਹੈ, ਇਹ ਇੰਸੂਲੇਟਰ ਆ। ਇਹਦੇ ਵਿਚਕਾਰ ਜਿਹੜੀ ਚੀਜ਼ ਪੈਂਦੀ ਆ ਇੱਥੇ, ਇਹਨੂੰ ਕਹਿੰਦੇ ਸੈਮੀ ਕੰਡਕਟਰ। ਸੈਮੀ ਕੰਡਕਟਰ ਦਾ ਮਤਲਬ ਕੀ ਹੈ ਕਿ ਇਹ ਇੰਸੂਲੇਟਰ ਦੀ ਤਰ੍ਹਾਂ ਵੀ ਕੰਮ ਕਰਦਾ ਅਤੇ ਕੰਡਕਟਰ ਦੀ ਤਰ੍ਹਾਂ ਵੀ ਕੰਮ ਕਰਦਾ। ਡਿਪੈਂਡ ਕਰਦਾ ਕਿਹੜੀ ਟੈਂਪਰੇਚਰ 'ਤੇ ਡਿਪੈਂਡ ਕਰਦਾ। ਸਭ ਤੋਂ ਵੱਡੀ ਗੱਲ ਤਾਂ ਇਹ ਹੈ। ਠੀਕ ਹੈ, ਦੇਖੋ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਕਿ ਕੰਡਕਟਰ ਕਿਹਨੂੰ ਕਹਿੰਦੇ ਬੇਸਿਕਲੀ। ਦੇਖੋ ਕੰਡਕਟਰ ਇੱਕ ਸਿੰਪਲ ਭਾਸ਼ਾ ਵਿੱਚ ਕਹੀਏ ਕਿ ਜੋ ਕਿ ਬਿਜਲੀ ਕੰਡਕਟ ਕਰਦਾ। ਇੰਸੂਲੇਟਰ ਉਹ ਜਿਹੜੀ ਬਿਜਲੀ ਨਹੀਂ ਕੰਡਕਟ ਕਰਦਾ। ਪਰ ਇਹਨੂੰ ਆਪਾਂ ਐਨਰਜੀ ਗੈਪ ਦੇ ਹਿਸਾਬ ਨਾਲ ਦੇਖੀਏ ਜਾਵੇ ਸੋ ਇਹਦੇ ਵਿੱਚ ਆਹ ਚੀਜ਼ ਹੁੰਦੀ ਹੈ। ਦੇਖੋ ਇਹ ਹੁੰਦਾ ਮੇਰਾ ਵੈਲੈਂਸ ਬੈਂਡ ਅਤੇ ਇਹ ਹੁੰਦਾ ਮੇਰਾ ਕੰਡਕਸ਼ਨ ਬੈਂਡ। ਵੈਲੈਂਸ ਬੈਂਡ ਅਤੇ ਕੰਡਕਸ਼ਨ ਬੈਂਡ ਦਾ ਮੰਨ ਲਓ ਕੀ ਆ ਕਿ ਮੰਨ ਲਓ ਆਹ ਚੀਜ਼ ਹੁੰਦੀ ਇੱਥੇ ਇਹ ਮੇਰਾ ਹੁੰਦਾ ਨਿਊਕਲੀਅਸ। ਠੀਕ ਹੈ, ਇਹਦੇ ਆਲੇ ਦੁਆਲੇ ਇਲੈਕਟ੍ਰੋਨਸ ਐ ਮੂਵ ਕਰਦੇ ਆ, ਐ ਰਿਵੋਲਵ ਕਰਦੇ ਆ ਬੇਸਿਕਲੀ। ਠੀਕ ਹੈ, ਸੋ ਜਿਹੜਾ ਹਰ ਇੱਕ ਚੀਜ਼ ਦਾ ਜਿਹੜਾ ਆਊਟਰ ਮੋਸਟ ਦਾ ਹੁਣ 2 ਸੈਕਿੰਡ ਔਰਬਿਟ ਆ, ਉਹਦੇ ਵਿੱਚ ਪੀ ਸ਼ੈੱਲ ਆ। ਪੀ ਸ਼ੈੱਲ ਦੇ ਵਿੱਚ ਜਿਹੜਾ ਹੋਇਆ ਕੋਈ ਵੀ ਇਲੈਕਟ੍ਰੋਨ ਹੋਇਆ ਮੰਨ ਲਓ ਉਹਦੇ ਵਿੱਚ। ਠੀਕ ਹੈ, ਸੋ ਉਹ ਜਿਹੜੇ ਇਲੈਕਟ੍ਰੋਨ ਆ ਮੰਨ ਲਓ 13 ਇਹਦੇ ਵਿੱਚ ਹੈਗੇ ਆ, 13 ਦੂਜੇ ਆ ਇਲੈਕਟ੍ਰੋਨ ਆ ਕਿਸੇ ਉਹਦੇ ਵਿੱਚ ਇੱਕ ਐਟਮ ਵਿੱਚ। ਠੀਕ ਹੈ, ਸੋ ਉਹ ਐਟਮ ਦੇ ਜਿਹੜੇ ਉੱਪਰਲੇ 2 ਦੇ ਵਿੱਚ ਇਹਦੇ ਵਿੱਚ ਇੱਦਾਂ ਹੋਏ ਨਾ, ਮੰਨ ਲਓ ਕੋਈ ਕਿਸੇ ਦੇ ਵਿੱਚ ਜਿੱਦਾਂ ਕਹਿੰਦਾ ਸਿਲੀਕੌਨ ਦਾ ਐਟਮ ਆ। ਮੰਨ ਲਓ ਸਿਲੀਕੌਨ ਜਿਹੜੇ ਮੋਸਟਲੀ ਜਿਹੜੇ ਸੈਮੀ ਕੰਡਕਟਰ ਹੁੰਦੇ ਆ, ਇਹ ਸੈਮੀ ਕੰਡਕਟਰ ਨਾ ਸਿਲੀਕੌਨ ਅਤੇ ਜਰਮੇਨੀਅਮ ਨਾਮ ਦੇ ਮਟੀਰੀਅਲਸ ਆ ਉਹਦੇ ਬਣਾਏ ਜਾਂਦੇ। ਠੀਕ ਹੈ, ਹੁਣ ਸਿਲੀਕੌਨ ਦੀ ਗੱਲ ਕਰੀਏ, ਸਿਲੀਕੌਨ ਦੇ ਵਿੱਚ ਜਿਹੜੀ ਟੋਟਲ ਨੰਬਰ ਆਫ ਇਲੈਕਟ੍ਰੋਨਸ ਆ ਉਹਦੇ 14 ਹੁੰਦੇ ਆ, 14। ਠੀਕ ਹੈ, ਅੱਛਾ 14 ਹੁੰਦੇ ਅਤੇ ਇਹਦੀ ਜਿਹੜੀ ਕੌਨਫੀਗਰੇਸ਼ਨ ਆ ਉਹਦੀ ਕਿੰਨੀ ਹੁੰਦੀ 1s2। ਠੀਕ ਹੈ, 2s2 2p6 ਹੋ ਗਈ, ਦੈਨ 3s ਕਿੰਨੀ ਹੋ ਗਈ 2 ਹੋ ਗਈ ਅਤੇ 3p2 ਹੋ ਗਈ। ਸੋ ਆਹ ਤਾਂ ਯਾਨੀ ਪੂਰੇ ਫੀਲਡ ਆ। ਠੀਕ ਹੈ, ਜਿਹੜਾ ਇਹ ਚੀਜ਼ ਆ ਹਾਫ ਫੀਲਡ ਆ ਔਰ ਸਭ ਤੋਂ ਆਊਟਰ ਮੋਸਟ ਆ। ਸੋ ਇਹਦੇ ਵਿੱਚ ਜਿਹੜੇ ਇਲੈਕਟ੍ਰੋਨਸ ਹੋ ਗਏ ਉਹਨੂੰ ਆਪਾਂ ਕਹਿੰਦੇ ਆ ਯਾਨੀ ਬੇਸਿਕਲੀ ਆਹ ਚੀਜ਼ ਹੁੰਦੀ ਆ 3s। ਸੋ ਇਹਦੇ ਵਿੱਚ ਜਿਹੜੇ ਇਹ ਇਲੈਕਟ੍ਰੋਨ ਹੈ ਇਹਨੂੰ ਕਹਿੰਦੇ ਵੇਲੈਂਸ ਇਲੈਕਟ੍ਰੋਨ। ਹੁਣ ਇਹਦੇ ਵਿੱਚ 4 ਵੇਲੈਂਸ ਇੱਦਾਂ 4 ਇਲੈਕਟ੍ਰੋਨ ਹੋਏ ਸਿਲੀਕੌਨ ਹੈ। ਠੀਕ ਹੈ, ਸੋ ਇਹ ਚਾਰਾਂ 'ਚੋਂ ਕਿਸੇ ਨਾ ਕਿਸੇ ਨੇ ਜੇ ਕੋਈ ਇਹ ਜਿਹੜੇ 4 ਹੀ ਆ ਇਹ ਹੁੰਦੇ ਵੇਲੈਂਸ ਬੈਂਡ ਦੇ ਵਿੱਚ। ਵੇਲੈਂਸ ਬੈਂਡ ਦੇ ਵਿੱਚ ਮਤਲਬ ਕਿੱਦਾਂ ਕਿ ਇਹ ਆਲੇ ਦੁਆਲੇ ਘੁੰਮ ਨਹੀਂ ਸਕਦੇ। ਕਿਉਂ ਨਹੀਂ ਘੁੰਮ ਸਕਦੇ? ਕਿਉਂਕਿ ਇਹਨਾਂ ਤੋਂ ਐਨਰਜੀ ਇੰਨੀ ਜ਼ਿਆਦਾ ਨਹੀਂ ਹੁੰਦੀ। ਇਹ ਜਿਹੜਾ ਇੱਥੇ ਨਿਊਕਲੀਅਸ ਹੁੰਦਾ ਉਹ ਇਹਨਾਂ ਨੂੰ ਖਿੱਚਦਾ ਆ ਜਾਣੀ ਆਪਸ ਵਿੱਚ। ਠੀਕ ਹੈ, ਸੋ ਉਸ ਕਰਕੇ ਇਹ ਉਰੇ ਪਰੇ ਨਹੀਂ ਸਕਦੇ। ਜਾ ਕਦੋਂ ਸਕਦੇ ਆ? ਜਾ ਉਦੋਂ ਸਕਦੇ ਜਦੋਂ ਆਪਾਂ ਇਹਨਾਂ ਨੂੰ ਬਾਹਰੋਂ ਕੋਈ ਐਨਰਜੀ ਦੇਵਾਂਗੇ। ਪਰ ਐਕਸਪੈਰੀਮੈਂਟਲੀ ਕੀ ਪਾਇਆ ਗਿਆ ਕਿ ਜਦੋਂ ਕੋਈ ਮੰਨ ਲਓ 4 ਇਲੈਕਟ੍ਰੋਨ ਨੂੰ ਆਪਾਂ ਬਾਹਰੋਂ ਜਿਹੜੀ ਐਨਰਜੀ ਦੇਣੀ ਆ ਉਹ ਕਾਫੀ ਜ਼ਿਆਦਾ ਐਨਰਜੀ ਹੋਣੀ। ਠੀਕ, ਕਾਫੀ ਜ਼ਿਆਦਾ ਐਨਰਜੀ ਦੇਣ ਦੀ ਲੋੜ ਆ, ਤਾਈਓ ਇਹ ਯਾਨੀ ਇਲੈਕਟ੍ਰੋਨ ਜਿਹੜੇ ਆ ਬਾਹਰ ਨਿਕਲ ਸਕਦੇ। ਸੋ ਇਹ ਉਸ ਚੀਜ਼ ਨੂੰ ਹਟਾਉਣ ਦੇ ਲਈ ਕੀ ਕਰਦੇ ਆਪਾਂ ਡੋਪਿੰਗ ਕਰਦੇ ਹਾਂ। ਉਹ ਅਗਲਾ ਕੰਸੈਪਟ। ਪਹਿਲਾਂ ਤੁਸੀਂ ਇਹ ਦੇਖੋ ਕਿ ਕੰਡਕਟਰ ਵੇਲੈਂਸ ਬੈਂਡ ਲੱਗ ਗਿਆ ਪਤਾ ਕਿਹੜੇ ਹੁੰਦੇ ਆ ਵੇਲੈਂਸ ਬੈਂਡ ਦੇ ਵਿੱਚ, ਕਿ ਜਿਹੜੇ ਇਲੈਕਟ੍ਰੋਨ ਵੇਲੈਂਸ ਇਲੈਕਟ੍ਰੋਨ ਹੁੰਦੇ ਬੇਸਿਕਲੀ ਉਹ ਵੇਲੈਂਸ ਬੈਂਡ ਦੇ ਵਿੱਚ ਹੁੰਦੇ ਆ। ਹੁਣ ਇਹ ਇੱਕ ਹੁੰਦਾ ਕੰਡਕਸ਼ਨ ਬੈਂਡ ਬੇਸਿਕਲੀ। ਠੀਕ ਆ, ਵੇਲੈਂਸ ਬੈਂਡ ਅਤੇ ਕੰਡਕਸ਼ਨ ਬੈਂਡ। ਕੰਡਕਟਰ ਦੇ ਵਿੱਚ ਗੱਲ ਕਰੀਏ, ਕੰਡਕਟਰ ਦੇ ਵਿੱਚ ਇਹ ਦੋਨੋਂ ਨਾ ਓਵਰਲੈਪ ਕਰਦੇ ਆ। ਓਵਰਲੈਪ ਦਾ ਮਤਲਬ ਕੀ ਆ ਕਿ ਮੰਨ ਲਓ ਇਸੇ ਤਰ੍ਹਾਂ ਲਿਖ ਦਿੰਦਾ ਮੈਂ ਕੰਡਕਟਰ ਦੇ ਵਿੱਚ ਮੰਨ ਲਓ ਇਹ ਮੇਰਾ ਹੋ ਗਿਆ ਕੰਡਕਸ਼ਨ ਬੈਂਡ। ਠੀਕ ਹੈ, ਅਤੇ ਇਹ ਮੇਰਾ ਹੋ ਗਿਆ ਵੇਲੈਂਸ ਬੈਂਡ। ਓਵਰਲੈਪ ਕਰਦੇ ਆ। ਓਵਰਲੈਪ ਦਾ ਮਤਲਬ ਕੀ ਹੈ ਕਿ ਮੈਂ ਇਹਨੂੰ ਸਿਰਫ ਐਨਰਜੀ ਦੇਣ ਦੀ ਨਾ ਮਾੜੀ ਮੋਟੀ ਐਨਰਜੀ ਦੇਣ ਦੀ ਲੋੜ ਹੈ। ਜਦੋਂ ਐਨਰਜੀ ਮਿਲੀ ਇਹਨੂੰ, ਠੀਕ ਹੈ, ਇਹਨੇ ਨਾਲ ਹੀ ਉਹਦੇ ਵਿੱਚ ਯਾਨੀ ਮੂਵ ਕਰਨ ਲੱਗ ਪੈਣਾ। ਠੀਕ ਹੈ, ਇਲੈਕਟ੍ਰੋਨ ਨੇ। ਸੋ ਉਹਦੇ ਨਾਲ ਕੀ ਹੋਣ ਲੱਗ ਪੈਣਾ, ਸਾਨੂੰ ਕੀ ਹੋਣ ਲੱਗ ਪੈਣਾ, ਜਿਹੜੀ ਬਿਜਲੀ ਆ ਉਹ ਕੰਡਕਟ ਹੋਣ ਲੱਗ ਪੈਣੀ। ਠੀਕ ਹੈ, ਸੋ ਕੰਡਕਟਰ ਇਹਨੂੰ ਕਹਿੰਦੇ ਆ ਬੇਸਿਕਲੀ ਜਿਹਦੇ ਵਿੱਚ ਇਹ ਓਵਰਲੈਪ ਕਰੇ। ਆਹ ਜਿਹੜੀ ਇਹ ਗੈਪ ਹੁੰਦਾ ਇਹਨੂੰ ਕਹਿੰਦੇ ਫੋਰਬਿਡਨ ਐਨਰਜੀ ਗੈਪ। ਫੋਰਬਿਡਨ ਐਨਰਜੀ ਗੈਪ। ਠੀਕ ਹੈ, ਸੋ ਜੇ ਕਿਸੇ ਵਿੱਚ ਇਲੈਕਟ੍ਰੋਨ ਨੇ ਵੇਲੈਂਸ ਬੈਂਡ ਤੋਂ ਕੰਡਕਸ਼ਨ ਬੈਂਡ ਮੈਂ ਜਾਣਾ, ਇਹਦਾ ਮਤਲਬ ਕੀ ਹੈ ਕਿ ਕੰਡਕਟ ਕਰਨੀ, ਇਲੈਕਟ੍ਰਿਸਿਟੀ ਕੰਡਕਟ ਕਰਨੀ ਸਟਾਰਟ ਕਰਨੀ ਆ। ਸੋ ਉਹ ਕਦੋਂ ਹੋਊਗਾ? ਜਦੋਂ ਉਹਨੂੰ ਇੰਨੀ ਐਨਰਜੀ ਮਿਲੂਗੀ। ਇਹ ਐਨਰਜੀ ਆਪਾਂ ਕਿੱਦਾਂ ਦੇ ਜਦੋਂ ਆਪਾਂ ਸੈੱਲ ਲਾਈ ਦੇ ਪੋਟੈਂਸ਼ੀਅਲ ਡਿਫਰੈਂਸ ਜਦੋਂ ਆਪਾਂ ਦੇਈਦਾ ਉਹਨਾਂ ਨੂੰ, ਸੋ ਉਹ ਐਨਰਜੀ ਉਸ ਵੇਲੇ ਨੂੰ ਮਿਲਦੀ, ਸੋ ਉਹ ਡਰਿਫਟ ਹੋਣਾ ਸਟਾਰਟ ਕਰ ਦਿੰਦੇ ਆ। ਠੀਕ ਹੈ, ਸੋ ਇਹ ਹੋ ਗਿਆ ਕੰਡਕਟਰ। ਦੂਜੀ ਗੱਲ ਆ ਗਈ ਇੰਸੂਲੇਟਰ ਦੀ। ਇੰਸੂਲੇਟਰ ਬੇਸਿਕਲੀ ਕਿਹਨੂੰ ਕਹਿੰਦੇ?
ਪੰਜਾਬੀ ਵਿੱਚ ਕਹੀਏ ਕਿ ਇੰਸੂਲੇਟਰ ਉਹ ਹੁੰਦੇ ਆ ਵੀ ਜਿਹੜੇ ਬਿਜਲੀ ਕੰਡਕਟ ਨਹੀਂ ਕਰਦੇ। ਸੋ ਇਹ ਸਾਇੰਟੀਫਿਕ ਦੇ ਤੌਰ 'ਤੇ ਚਾਹ ਹੁੰਦਾ ਇਹਦੇ ਵਿੱਚ ਹੀ ਕਿ ਇਹ ਮੇਰੇ ਕੀ ਹੁੰਦੀ ਆ ਕਿ ਕੰਡਕਸ਼ਨ ਬੈਂਡ, ਇਹ ਮੇਰੀ ਵੈਲੈਂਸ ਬੈਂਡ ਹੁੰਦੀ। ਸੋ ਜਿਹੜਾ ਇਹਦੇ ਵਿੱਚ ਨਾ ਦੋ ਬੈਂਡਾਂ ਦੇ ਵਿਚਕਾਰ ਇੱਕ ਐਨਰਜੀ ਗੈਪ ਹੁੰਦਾ ਆਹ ਵਾਲਾ। ਇਸ ਐਨਰਜੀ ਗੈਪ ਦੇ ਕਾਰਨ ਹੀ ਇਹ ਕੰਡਕਟ ਨਹੀਂ ਕਰ ਪਾਉਂਦੇ ਇਲੈਕਟ੍ਰਿਸਿਟੀ। ਕਿਉਂਕਿ ਜਿਹੜੇ ਇਲੈਕਟ੍ਰੋਨ ਆ ਉਹ ਵੈਲੈਂਸ ਬੈਂਡ ਤੋਂ ਕੰਡਕਸ਼ਨ ਬੈਂਡ ਵਿੱਚ ਜਾ ਹੀ ਨਹੀਂ ਪਾਉਂਦੇ। ਕੰਡਕਸ਼ਨ ਬੈਂਡ ਦਾ ਮਤਲਬ ਕੀ ਹੈ? ਕੰਡਕਸ਼ਨ ਬੈਂਡ ਦਾ ਮਤਲਬ ਕਿ ਇਹਨਾਂ ਦੇ ਬੌਂਡ ਜਿਹੜੇ ਟੁੱਟਣੇ ਚਾਹੀਦੇ ਆ। ਜਦੋਂ ਬੌਂਡ ਟੁੱਟ ਗਿਆ ਫਿਰ ਇਲੈਕਟ੍ਰੋਨ ਜਿਹੜਾ ਫਰੀ ਇਲੈਕਟ੍ਰੋਨ ਹੋ ਜਾਣਾ। ਫਰੀ ਇਲੈਕਟ੍ਰੋਨ ਦਾ ਮਤਲਬ ਫਰੀ ਟੂ ਮੂਵ ਐਨੀਵੇਅਰ। ਸੋ ਉਹ ਜਿਹੜਾ ਉਸ ਕਰਕੇ ਜਿਹੜਾ ਕਰੰਟ ਜਨਰੇਟ ਹੁੰਦਾ ਡ੍ਰਿਫਟ ਕਰੰਟ ਕਹਿੰਦੇ ਉਹਨੂੰ, ਠੀਕ ਹੈ। ਸੋ ਉਹ ਇਹਨਾਂ ਵਿੱਚ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਕਿਉਂਕਿ ਇਹਦੇ ਵਿੱਚ ਜਿਹੜਾ ਕੰਡਕਸ਼ਨ ਬੈਂਡ ਵਿੱਚ ਕੋਈ ਫਰੀ ਇਲੈਕਟ੍ਰੋਨ ਹੁੰਦਾ ਹੀ ਨਹੀਂ। ਜਦੋਂ ਫਰੀ ਇਲੈਕਟ੍ਰੋਨ ਹੋਣਾ ਇਹਦਾ ਡ੍ਰਿਫਟ ਕਰੰਟ ਜਨਰੇਟ ਹੀ ਨਹੀਂ ਹੋਣਾ, ਠੀਕ ਹੈ। ਸੋ ਉਸ ਕਾਰਨ ਜਿਹੜਾ ਇੰਸੂਲੇਟ, ਹਾਲਾਂਕਿ ਹੋ ਸਕਦਾ, ਇੱਦਾਂ ਦੀ ਗੱਲ ਨਹੀਂ, ਹੋ ਨਹੀਂ ਸਕਦਾ। ਲੱਕੜ ਦੇ ਵਿੱਚ ਵੀ ਕਰੰਟ ਆ ਸਕਦਾ ਹੈ, ਪਲਾਸਟਿਕ ਦੇ ਵਿੱਚ ਵੀ ਕਰੰਟ ਆ ਸਕਦਾ, ਪਰ ਕੰਡੀਸ਼ਨ ਕੀ ਆ ਕਿ ਜਾਂ ਤਾਂ ਸਾਨੂੰ ਪੋਟੈਂਸ਼ੀਅਲ ਡਿਫਰੈਂਸ ਇੱਥੋਂ ਇਹਦੇ ਬਰਾਬਰ ਜਾਂ ਤੋਂ ਜ਼ਿਆਦਾ ਦੇਣਾ ਪੈਣਾ, ਠੀਕ ਹੈ। ਸੋ ਉਹ ਕਾਫੀ ਜ਼ਿਆਦਾ ਹੋ ਜਾਂਦਾ। ਸੋ ਉਹ ਆਪਣੀ ਰੋਜ਼ਮਰਰਾ ਦੀ ਜਿਹੜੀ ਜ਼ਿੰਦਗੀ ਲਾਈਫ ਦੇ ਵਿੱਚ ਜਿਹੜੇ ਆਪਾਂ ਬਿਜਲੀ ਦੇ ਉਪਕਰਨ ਯੂਜ਼ ਕਰਦੇ ਉਹਦੇ ਲਈ ਪੋਸੀਬਲ ਨਹੀਂ ਹੈਗਾ, ਠੀਕ ਹੈ, ਇਫੀਸ਼ੀਐਂਸੀ ਮੇਨਟੇਨ ਕਰਨ ਦੇ ਲਈ। ਅੱਛਾ, ਫਿਰ ਆ ਗਈ ਆਪਣੀ ਸੈਮੀ ਕੰਡਕਟਰ। ਸੈਮੀ ਕੰਡਕਟਰ ਵਿੱਚ ਕੀ ਹੁੰਦਾ? ਸੈਮੀ ਕੰਡਕਟਰ ਦੇ ਵਿੱਚ ਜਿਹੜੀ ਆਹ ਮੰਨ ਲਓ ਮੇਰੀ ਹੈਗੀ ਕੰਡਕਸ਼ਨ ਬੈਂਡ, ਠੀਕ ਹੈ। ਆਹ ਮੇਰੀ ਹੈਗੀ ਵੈਲੈਂਸ ਬੈਂਡ। ਵੈਲੈਂਸ ਬੈਂਡ ਇਹਦੇ ਵਿੱਚ ਨਾ ਐਨਰਜੀ ਗੈਪ ਬਹੁਤ ਘੱਟ ਹੁੰਦਾ, ਠੀਕ ਹੈ। ਇਹ ਐਨਰਜੀ ਗੈਪ ਘੱਟ ਹੁੰਦਾ ਔਰ ਇਹ ਐਨਰਜੀ ਗੈਪ ਇੰਨਾ ਕੁ ਘੱਟ ਹੁੰਦਾ ਕਿ ਜਦੋਂ ਆਪਾਂ ਇੱਕ ਰੂਮ ਟੈਂਪਰੇਚਰ ਦੀ ਵੀ ਐਨਰਜੀ ਜਦੋਂ ਇਹਨੂੰ ਮਿਲਦੀ ਆ, ਰੂਮ ਟੈਂਪਰੇਚਰ ਦੀ ਐਨਰਜੀ ਵੀ ਜਦੋਂ ਇਲੈਕਟ੍ਰੋਨ ਹੀਟ ਜਦੋਂ ਮਿਲਦੀ ਬੇਸਿਕਲੀ, ਉਸ ਵੇਲੇ ਵੀ ਇਹ ਕਿਤੇ ਚੱਲ ਜਾਂਦਾ ਆ। ਇਹ ਇਲੈਕਟ੍ਰੋਨ ਹੈ ਵੈਲੈਂਸ ਬੈਂਡ ਤੋਂ ਕੰਡਕਸ਼ਨ ਬੈਂਡ ਵਿੱਚ ਚੱਲ ਜਾਂਦਾ, ਤਾਂ ਉਹਦੇ ਵਿੱਚ ਵੀ ਇਹ ਮੂਵ ਹੋਣ ਲੱਗ ਪੈਂਦਾ, ਸਟਾਰਟ ਹੋਣ ਲੱਗ ਪੈਂਦਾ, ਠੀਕ ਹੈ। ਸੋ ਇਹ ਬਸ ਡਿਫਰੈਂਸ ਹੈ ਇਹਦੇ ਵਿੱਚ। ਸੈਮੀ ਕੰਡਕਟਰ ਦਾ ਜਦੋਂ ਇਹਨੂੰ ਆਪਾਂ ਠੰਡੀ ਜਗ੍ਹਾ 'ਤੇ ਰੱਖ ਦਈਏ, ਜਦੋਂ ਮੰਨ ਲਓ ਇੱਕ ਨਾ ਦੂਜੀ ਆ ਜਿਹੜੀ ਹਾਰਡ ਡਿਸਕ ਹੁੰਦੀ ਆ ਇਲੈਕਟ੍ਰੋਨਿਕ ਦੀ ਹਾਰਡ ਡਿਸਕ, ਉਹਨੂੰ ਜਦੋਂ ਉਹਦੇ ਵਿੱਚ ਡਾਟਾ ਜਦੋਂ ਸਟੋਰ ਕਰਕੇ ਰੱਖਣੀ ਹੁੰਦੀ ਹੈ ਤਾਂ ਉਹਨੂੰ ਫਰੀਜ਼ਰ ਵਿੱਚ ਰੱਖਦੇ ਆ। ਫਰੀਜ਼ਰ ਵਿੱਚ ਕਿਉਂ ਰੱਖਦੇ ਆ? ਕਿਉਂਕਿ ਉਹ ਜਿਹੜਾ ਡਾਟਾ ਇਨ ਫੋਰਮ ਆਫ ਇਹਦੇ ਕਰਕੇ ਸਟੋਰ ਹੁੰਦਾ, ਉਹ ਡਾਟਾ ਲੋਸ ਨਾ ਹੋਵੇ ਜ਼ਿਆਦਾ ਟੈਂਪਰੇਚਰ ਦੇ ਕਰਕੇ, ਠੀਕ ਹੈ। ਸੋ ਤਾਂਹੀਓ ਜਿਹੜੇ ਇਲੈਕਟ੍ਰੋਨਿਕ ਜਿਹੜੇ ਮਟੀਰੀਅਲ ਯਾਨੀ ਇਹ ਇਲੈਕਟ੍ਰੋਨਿਕ ਡਿਵਾਈਸਿਸ ਹੁੰਦੇ ਆ, ਇਹਨਾਂ ਨੂੰ ਕੂਲਿੰਗ ਕਰਨ ਦੇ ਲਈ ਵੀ ਸਾਨੂੰ ਇੱਕ ਹੋਰ ਯਾਨੀ ਬਾਹਰੋਂ ਉਪਕਰਨ ਲਾਉਣੇ ਪੈਂਦੇ ਆ, ਠੀਕ ਹੈ। ਸੋ ਲੱਗੇ ਪਤਾ ਸੈਮੀ ਕੰਡਕਟਰ ਕਿਹੜੇ ਕਹਿੰਦੇ ਆ ਵੀ ਜਿਹੜੇ ਇਹਨਾਂ ਦੋਨਾਂ ਦੇ ਵਿਚਕਾਰ ਲਾਈ ਕਰਨ, ਇਹਨਾਂ ਦਾ ਫੋਰਬਿਡਨ ਐਨਰਜੀ ਗੈਪ ਬਹੁਤ ਘੱਟ ਹੁੰਦਾ ਹੈ। ਵਿਦਿਨ ਯਾਨੀ ਆਪਣੇ ਜਿਹੜੇ ਰੂਮ ਟੈਂਪਰੇਚਰ ਜਿਹੜਾ ਰੂਮ ਟੈਂਪਰੇਚਰ ਤੋਂ ਵੀ ਐਨਰਜੀ ਜਿਹੜੀ ਮਿਲਦੀ ਆ ਉਹਦੇ ਵੀ ਇਹ ਕੰਡਕਟ ਕਰਨਾ ਸਟਾਰਟ ਕਰ ਦਿੰਦੇ ਆ, ਠੀਕ ਹੈ। ਦੇਖਿਆ ਨਹੀਂ ਹੁੰਦਾ ਜਿਹੜੇ ਕਈ ਵਾਰ ਕੈਲਕੂਲੇਟਰ ਜਿਹੜੇ ਹੁੰਦੇ, ਕੈਲਕੂਲੇਟਰ ਦੇ ਇੱਥੇ ਲੱਗਾ ਹੁੰਦਾ ਉਹ ਇੱਧਰ ਲਟਾਈਆਂ ਲੱਗੀਆਂ ਹੁੰਦੀਆਂ ਬੇਸਿਕਲੀ। ਉਹ ਕੀ ਹੁੰਦਾ, ਉਹਨਾਂ ਹੀ ਉਹ ਚਾਰਜ ਹੁੰਦਾ ਰਹਿੰਦਾ, ਉਹ ਲਾਈਟ 'ਤੇ ਪੈਂਦੀ ਰਹਿੰਦੀ ਹੈ, ਉਹ ਜਿਹੜੀ ਬਿਜਲੀ ਉਹ ਸੈੱਲਾਂ ਨੂੰ ਦਿੰਦਾ ਰਹਿੰਦਾ, ਸੈੱਲ ਚਾਰਜ ਹੁੰਦੇ ਰਹਿੰਦੇ ਆ। ਸੋ ਸੈਮੀ ਕੰਡਕਟਰ ਡਿਵਾਈਸ ਹੀ ਲੱਗਾ ਹੁੰਦਾ ਉੱਤੇ। ਹੁਣ ਸੈਮੀ ਕੰਡਕਟਰ ਡਿਵਾਈਸ ਹੁੰਦੇ ਆ, ਇੱਕ ਹੁੰਦੇ ਇੰਟਰਿੰਸਿਕ, ਠੀਕ ਹੈ। ਇੰਟਰਿੰਸਿਕ ਸੈਮੀ ਕੰਡਕਟਰ ਕਹਿੰਦੇ ਸਿਲੀਕॉन ਅਤੇ ਜਰਮੀਨੀਅਮ, ਇਹ ਦੋ ਮਟੀਰੀਅਲ ਆ ਜਿਹੜੇ ਪਿਓਰ ਮਟੀਰੀਅਲ ਯਾਨੀ ਪਿਓਰ, ਉਹਦਾ ਕੋਈ ਹੋਰ ਚੀਜ਼ ਨਹੀਂ ਹੋਣੀ, ਉਹਨੂੰ ਕਹਿੰਦੇ ਆਪਾਂ ਇੰਟਰਿੰਸਿਕ ਸੈਮੀ ਕੰਡਕਟਰ ਯਾਨੀ ਪਿਓਰ ਸੈਮੀ ਕੰਡਕਟਰ ਜਿਹੜੇ ਹੁੰਦੇ ਆ। ਪਾਇਆ ਕੀ ਗਿਆ ਐਕਸਪੈਰੀਮੈਂਟਲੀ ਕਿ ਜਿਹੜੇ ਇੰਟਰਿੰਸਿਕ ਸੈਮੀ ਕੰਡਕਟਰ ਹੁੰਦੇ ਨਾ, ਇਹਨਾਂ ਦੇ ਵਿੱਚ ਨਾ ਜਿਹੜੇ ਐਨ ਹੁੰਦਾ, ਐਨ ਕੀ ਹੈ? ਫਰੀ ਇਲੈਕਟ੍ਰੋਨ, ਨੰਬਰ ਆਫ ਫਰੀ ਇਲੈਕਟ੍ਰੋਨ। ਬੇਸਿਕਲੀ ਨੰਬਰ ਆਫ ਫਰੀ ਇਲੈਕਟ੍ਰੋਨ ਜਿਹੜੀ ਨਾ ਕੌਨਸਨਟ੍ਰੇਸ਼ਨ ਹੈ ਇੰਨੀ ਜ਼ਿਆਦਾ ਨਹੀਂ ਹੁੰਦੀ, ਠੀਕ ਹੈ। ਨੰਬਰ ਆਫ ਫਰੀ ਇਲੈਕਟ੍ਰੋਨ ਜਿਹੜੇ ਘੱਟ ਹੁੰਦੇ ਆ। ਸੋ ਜਿਹੜਾ ਮੇਰਾ ਕਰੰਟ ਆ, ਕਰੰਟ ਮੇਰਾ ਕੀ ਹੁੰਦਾ? I = N E/VD। ਜਿਹੜਾ ਮੇਰਾ ਕਰੰਟ ਕਿੱਦਾਂ ਜ਼ਿਆਦਾ ਲੰਘੂਗਾ? ਜਦੋਂ ਮੇਰੇ ਨੰਬਰ ਆਫ ਫਰੀ ਇਲੈਕਟ੍ਰੋਨ ਜ਼ਿਆਦਾ ਹੋਣਗੇ, ਠੀਕ ਹੈ। ਸੋ ਨੰਬਰ ਆਫ ਫਰੀ ਇਲੈਕਟ੍ਰੋਨ ਜ਼ਿਆਦਾ ਕਰਨ ਦੇ ਲਈ ਸਾਨੂੰ ਇੱਕ ਉਹ ਲਾਉਣੀ ਪੈਂਦੀ ਹੈ, ਉਹਨੂੰ ਕਹਿੰਦੇ ਆ ਡੋਪਿੰਗ। ਡੋਪਿੰਗ ਦਾ ਪ੍ਰੋਸੈਸ ਹੈ। ਡੋਪਿੰਗ ਦੇ ਵਿੱਚ ਕੀ ਹੁੰਦਾ ਕਿ ਮੇਰਾ ਸਿਲੀਕॉन ਹੋ ਗਿਆ ਪਲੱਸ ਇੰਪਿਓਰਿਟੀ, ਇਹ ਆਪਾਂ ਐਡ ਕਰਨੀਆਂ ਪੈਂਦੀਆਂ, ਠੀਕ ਹੈ। ਇੰਪਿਓਰਿਟੀ ਦੇ ਵਿੱਚ ਕੀ ਹੁੰਦਾ? ਨੰਬਰ ਆਫ ਫਰੀ ਇਲੈਕਟ੍ਰੋਨਸ ਹੁੰਦੇ ਜ਼ਿਆਦਾ। ਸੋ ਉਹਦੇ ਨਾਲ ਕੀ ਹੈ ਕਿ ਇਹਨਾਂ ਦੇ ਵਿੱਚ ਯਾਨੀ ਕੰਡਕਟੀਵਿਟੀ ਇਹਦੀ ਵੱਧ ਜਾਂਦੀ ਹੈ। ਕੰਡਕਟੀਵਿਟੀ ਦਾ ਕੀ ਹੁੰਦਾ ਕਿ ਜ਼ਿਆਦਾ ਤੋਂ ਜ਼ਿਆਦਾ ਕਰੰਟ ਓਬੀਅਸਲੀ, ਠੀਕ ਹੈ, ਮੂਵ ਕਰ ਸਕੇ। ਸੋ ਕੰਡਕਟੀਵਿਟੀ ਵਧਾਉਣ ਦੇ ਲਈ ਸਾਨੂੰ ਕੀ ਕਰਨਾ ਪੈਂਦਾ? ਡੋਪਿੰਗ ਕਰਨੀ ਪੈਂਦੀ ਹੈ। ਡੋਪਿੰਗ ਵੀ ਹੁੰਦੀ ਹੈ, ਦੇਖੋ ਦੋ ਤਰ੍ਹਾਂ ਦੀ ਹੁੰਦੀ ਆ। ਪਹਿਲੀ ਹੁੰਦੀ ਪੈਂਟਾਵੈਲੈਂਟ, ਦੂਜੀ ਹੁੰਦੀ ਟਰਾਈਵੈਲੈਂਟ। ਪੈਂਟਾਵੈਲੈਂਟ, ਟਰਾਈਵੈਲੈਂਟ। ਪੈਂਟਾ ਦਾ ਮਤਲਬ ਹੁੰਦਾ 5, ਟਰਾਈ ਦਾ ਮਤਲਬ ਹੁੰਦਾ 3। ਪੈਂਟਾਵੈਲੈਂਟ ਇੰਪਿਓਰਿਟੀ ਉਹ ਇੰਪਿਓਰਿਟੀ ਹੁੰਦੀ ਆ ਜਿਹਦੇ ਵਿੱਚ ਜਿਹੜਾ ਇੰਪਿਓਰਿਟੀ ਐਟਮ ਆ ਉਹਦੇ ਆਊਟਰ ਮੋਸਟ ਸ਼ੈੱਲ ਵਿੱਚ 5 ਇਲੈਕਟ੍ਰੋਨ ਹੋਣਗੇ। ਉਦਾਹਰਨ ਦੇ ਤੌਰ 'ਤੇ ਲਾਈਏ ਐਂਟੀਮੋਨੀ ਹੁੰਦਾ ਇਹ,
ਇਹਨੂੰ ਆਪਾਂ SB ਨਾਲ ਸ਼ੋ ਕਰਦੇ ਹਾਂ, ਅਤੇ ਆਰਸੈਨਿਕ AR, ਠੀਕ ਹੈ। ਇਹਨੂੰ ਆਪਾਂ ਸ਼ੋ ਕਰਦੇ ਹਾਂ AS ਨਾਲ। ਇਹਦੇ ਜਿਹੜੇ ਆਊਟਰ ਮੋਸਟ ਸ਼ੈਲ ਵਿੱਚ ਇਲੈਕਟ੍ਰੋਨ ਹੁੰਦੇ 5 ਇਲੈਕਟ੍ਰੋਨ ਹੁੰਦੇ ਆ, ਠੀਕ ਹੈ। ਹੁਣ ਪਹਿਲਾਂ ਪੈਂਟਾਵੈਲੈਂਟ ਦੀ ਗੱਲ ਕਰਦੇ। ਪੈਂਟਾਵੈਲੈਂਟ ਵਿੱਚ ਹੁੰਦਾ ਕੀ, ਦੇਖੋ ਇਹਦੇ ਵਿੱਚ ਹੁੰਦਾ ਕਿ ਦੇਖੋ ਆਪਾਂ ਨਾ ਸਿਲੀਕੋਨ ਐਟਮ ਹੋ ਗਿਆ ਮੇਰੇ, ਆਹ ਹੋ ਗਏ 4 ਇਲੈਕਟ੍ਰੋਨ ਸਿਲੀਕੋਨ ਐਟਮ ਦੇ, ਅਤੇ ਇੱਥੇ ਹੋ ਗਿਆ ਮੇਰਾ ਕੀ ਆ AS, ਹੈ ਨਾ AS। ਇਹਦੇ ਵਿੱਚ ਆਹ ਇਲੈਕਟ੍ਰੋਨ ਹੋ ਗਿਆ ਮੇਰੇ, ਠੀਕ ਹੈ। ਇੱਥੇ ਪਾਤਾ। ਹੁਣ ਮੈਂ ਫਿਰ ਓਬਵੀਅਸਲੀ ਇੱਥੇ ਵੀ ਸਿਲੀਕੋਨ ਐਟਮ ਹੈਗਾ ਮੇਰਾ, ਇੱਧਰ ਵੀ ਸਿਲੀਕੋਨ ਐਟਮ ਹੋਊਗਾ ਮੇਰਾ, ਇੱਧਰ ਵੀ ਸਿਲੀਕੋਨ ਐਟਮ ਹੋਊਗਾ। ਸੋ ਹੁੰਦਾ ਕੀ ਹੈ ਕਿ ਇਹਦੇ ਵਿੱਚ ਜਿਹੜੀ 5 ਇਲੈਕਟ੍ਰੋਨ ਹੁੰਦੇ, ਇਹਦੇ 1 2 3 4 ਆਹ 5ਵਾਂ ਹੋ ਗਿਆ। ਸੋ ਆਹ ਜਿਹੜੇ ਆ ਕੋਵੈਲੈਂਟ ਬੌਂਡ ਬਣ ਗਿਆ ਇਹਨਾਂ ਵਿਚਕਾਰ, ਆਹ ਕੋਵੈਲੈਂਟ ਬੌਂਡ। ਇੱਕ ਇਲੈਕਟ੍ਰੋਨ ਕੀ ਆ, ਇੱਕ ਇਲੈਕਟ੍ਰੋਨ ਜਿਹੜਾ ਉਹ ਰਹਿ ਗਿਆ। ਇਹ ਇਲੈਕਟ੍ਰੋਨ ਕੀ ਆ, ਇਹ ਇਲੈਕਟ੍ਰੋਨ ਦਾ ਫ੍ਰੀ ਇਲੈਕਟ੍ਰੋਨ। ਫ੍ਰੀ ਇਲੈਕਟ੍ਰੋਨ ਦਾ ਮਤਲਬ ਹੁੰਦਾ ਕਿ ਇਹਨੇ ਕਿਸੇ ਨੇ ਬੌਂਡ ਨਹੀਂ ਬਣਾਇਆ, ਕਿਉਂਕਿ ਇਹਨਾਂ ਦੇ ਬੌਂਡ ਆਪਸ ਪੂਰੇ ਹੋ ਗਏ, ਆਕਟੇਟ ਕੰਪਲੀਟ ਹੋ ਗਏ ਇਹਨਾਂ ਸਾਰਿਆਂ ਦੇ। ਜਿਹੜਾ ਇਹ ਬੌਂਡ ਨਹੀਂ ਬਣਾਇਆ, ਇਹ ਇਲੈਕਟ੍ਰੋਨ ਦੇ ਕਰਕੇ ਇਹ ਡ੍ਰਿਫਟ ਕਰੰਟ ਜਨਰੇਟ ਹੁੰਦਾ ਹੈ। ਸੋ ਉਹਦੇ ਕਰਕੇ ਜਿਹੜਾ ਆ ਆਪਣਾ ਕਰੰਟ ਆ ਇਹਦੇ ਵਿੱਚ ਦੀ ਕਾਫੀ ਜ਼ਿਆਦਾ ਵੱਧ ਜਾਂਦਾ, ਠੀਕ ਹੈ। ਸੋ ਜਿਹੜੀ ਇਹ ਤਰ੍ਹਾਂ ਦੀ ਇਹਦੇ ਵਿੱਚ ਹੁੰਦੇ, ਇਹਦੇ ਵਿੱਚ ਜਿਹੜਾ ਫਿਰ ਕਰੰਟ ਕੈਰੀਅਰ ਕੀ ਹੋ ਗਿਆ, ਇਲੈਕਟ੍ਰੋਨ ਕੀ ਆ, ਇੱਕ ਕਰੰਟ ਕੈਰੀਅਰ ਹੋ ਗਿਆ। ਸੋ ਇਸ ਤਰ੍ਹਾਂ ਦਾ ਜਿਹੜਾ ਆਪਣਾ ਸੈਮੀ ਕੰਡਕਟਰ ਬਣਦਾ ਉਹਨੂੰ ਆਪਾਂ ਕਹਿੰਦੇ N ਟਾਈਪ ਸੈਮੀ ਕੰਡਕਟਰ। ਇਹਨਾਂ ਹੁੰਦਾ ਕੀ ਹੈ, ਇਹਨਾਂ ਪਰ ਥੋੜ੍ਹਾ ਜਿਹਾ ਉਹਨੂੰ ਆਪਾਂ ਪੋਟੈਂਸ਼ੀਅਲ ਡਿਫਰੈਂਸ ਦਈਏ, ਠੀਕ ਹੈ, ਥੋੜ੍ਹੀ ਜਿਹੀ ਆਪਾਂ ਐਨਰਜੀ ਦਈਏ, ਨਹੀਂ ਕਹਿਣ ਦਾ ਮਤਲਬ ਹੈ। ਤਾਂ ਉਸ ਵੇਲੇ ਇਹਦੇ ਵਿੱਚ ਯਾਨੀ ਕਰੰਟ ਜਿਹੜਾ ਮੂਵ ਕਰਨ ਲੱਗ ਪੈਣਾ, ਕਿਉਂਕਿ ਇਹਦੇ ਵਿੱਚ ਆਲਰੇਡੀ ਇੱਕ ਹੈਗਾ ਹੀ ਆ ਆਪਣਾ ਕੀ ਉਹਨੂੰ ਕਹਿੰਦੇ ਆ ਫ੍ਰੀ ਇਲੈਕਟ੍ਰੋਨ, ਠੀਕ ਹੈ। ਦੂਜੀ ਗੱਲ ਹੈਗੀ ਆਪਣੀ ਟਰਾਈਵੈਲੈਂਟ ਦੇ ਵਿੱਚ ਦੇਖੋ ਇੰਡੀਅਮ ਹੋ ਗਿਆ, ਗੈਲੀਅਮ ਹੋ ਗਿਆ। ਇੰਡੀਅਮ IN ਨਾਲ ਸ਼ੋ ਕਰਦੇ ਇਹਨੂੰ ਆਪਾਂ, ਅਤੇ ਗੈਲੀਅਮ ਇਹਨੂੰ ਆਪਾਂ ਸ਼ੋ ਕਰਦੇ ਹਾਂ GA ਨਾਲ, ਠੀਕ ਹੈ। ਇਹ ਪਾਏ ਜਾਂਦੇ ਆ ਉਹਦੇ ਵਿੱਚ। ਹੁਣ ਇਹਨਾਂ ਨਾਲ ਸ਼ੋ ਕਹਿੰਦਾ, ਮੰਨ ਲਓ ਸਿਲੀਕੋਨ ਐਟਮ ਹੈ, ਆਹ ਮੇਰੇ ਉਹਦੇ ਇਲੈਕਟ੍ਰੋਨ ਹੈ, ਠੀਕ ਹੈ। ਆ ਵੀ ਮੇਰਾ ਇੱਥੇ ਸਿਲੀਕੋਨ ਐਟਮ ਪਿਆ, ਇੱਧਰ ਮੰਨ ਲਓ ਸਿਲੀਕੋਨ ਐਟਮ ਪਿਆ ਮੇਰਾ, ਇੱਥੇ ਸਿਲੀਕੋਨ ਐਟਮ ਪਿਆ, ਠੀਕ ਹੈ। ਇਹਦੇ ਅੰਦਰ ਇੱਥੇ ਪਾਤਾ ਮੈਂ, ਕੀ ਪਾਤਾ ਮੈਂ, ਮੰਨ ਲਓ ਇੱਥੇ ਉਹ ਪਾਤਾ ਇੰਡੀਅਮ ਪਾਤਾ, ਠੀਕ ਹੈ, ਜਾਂ ਗੈਲੀਅਮ ਪਤਾ, ਜਿਹੜਾ ਮਰਜ਼ੀ ਪਾ ਦਈਏ। ਹੁਣ ਇਹਦੇ ਆਊਟਰ ਮੋਸਟ ਵਿੱਚ 3 ਇਲੈਕਟ੍ਰੋਨ ਆ, 1 2 3, ਠੀਕ ਹੈ। ਆਹ ਇਹਨਾਂ ਨੇ ਕੋਵੈਲੈਂਟ ਬੌਂਡ ਬਣ ਗਿਆ। ਇੱਥੇ ਜਿਹੜਾ ਆਹ ਚੀਜ਼ ਆ ਇਹਨੂੰ ਕਹਿੰਦੇ ਆਪਾਂ ਵੇਕੈਂਟ ਪੋਜੀਸ਼ਨ। ਵੇਕੈਂਟ ਪੋਜੀਸ਼ਨ ਦਾ ਮਤਲਬ ਕੀ ਹੈ ਕਿ ਇੱਥੇ ਹੈ ਨਾ ਕੋਈ ਵੀ ਇਲੈਕਟ੍ਰੋਨ ਆ ਕੇ ਲੱਗ ਸਕਦਾ ਆ। ਸੋ ਇਹਨੂੰ ਕਹਿੰਦੇ ਆਪਾਂ ਹੋਲ, HOLE, ਹੋਲ, ਠੀਕ ਆ। ਸੋ ਹੋਣਾ ਕੀ ਕਿ ਜਦੋਂ ਆਪਾਂ ਨਾ ਐਨਰਜੀ ਦੇਣੀ ਆ, ਸੋ ਜਿਹੜਾ ਇਲੈਕਟ੍ਰੋਨ ਕਈ ਵੇਲੇ ਇੱਥੋਂ ਆ ਕੇ ਇੱਥੇ ਲੱਗ ਜਾਣਾ, ਠੀਕ ਹੈ। ਯਾਨੀ ਇਲੈਕਟ੍ਰੋਨ ਨੇ ਬੇਸਿਕਲੀ ਇੱਥੋਂ ਆ ਕੇ ਇੱਥੇ ਲੱਗ ਗਿਆ ਇਲੈਕਟ੍ਰੋਨ, ਤਾਂ ਹੋਲ ਜਿਹੜਾ ਆ ਇਹ ਇੱਥੇ ਚਲੇ ਗਿਆ, ਯਾਨੀ ਇੱਥੇ ਵੀ ਫਿਰ G ਹੋਣਾ ਮੇਰਾ G, ਠੀਕ ਹੈ। ਇੱਧਰ ਉੱਪਰ ਸਿਲੀਕੋਨ ਐਟਮ ਹੋਣੇ ਆ ਮੇਰੇ ਸਾਰੇ। ਸੋ ਹੋਲ ਨੇ ਇੱਦਾਂ ਦਾ ਮੂਵ ਕਰਨਾ ਬੇਸਿਕਲੀ। ਸੋ ਹੋਲ ਦੇ ਮੂਵ ਕਰਨ ਨਾਲ ਵੀ ਇੱਕ ਤਰ੍ਹਾਂ ਦਾ ਕਰੰਟ ਹੋਣਾ ਇਹਦੇ ਵਿੱਚ, ਉਹ ਵੀ ਡ੍ਰਿਫਟ ਕਰੰਟ ਹੀ ਹੁੰਦਾ ਬੇਸਿਕਲੀ ਹੁੰਦਾ ਕਰੰਟ ਇਲੈਕਟ੍ਰੋਨ ਦੇ ਮੂਵ ਕਰਨ ਦੇ ਨਾਲ ਹੀ ਆ, ਪਰ ਉਹਦੇ ਨਾਲ ਇਹਦੇ ਵਿੱਚ ਇਹ ਆ ਕਿ ਇਹਨੂੰ ਕਹਿੰਦੇ ਪੀ ਟਾਈਪ ਸੈਮੀ ਕੰਡਕਟਰ। ਹੋਲ ਇੱਕ ਕੀ ਹੈ, ਹੋਲ ਇੱਕ ਹੈਗੀ ਆਪਣੀ ਵੇਕੈਂਟ ਪੋਜੀਸ਼ਨ ਆ, ਕਿ ਉੱਥੇ ਕੋਈ ਵੀ ਇਲੈਕਟ੍ਰੋਨ ਲੱਗ ਸਕਦਾ, ਔਰ ਅਸੀਂ ਉਹਨੂੰ ਮੰਨਦੇ ਹਾਂ ਕਿ ਅਸੀਂ ਉਹਨੂੰ ਲੈਟ ਕਰਦੇ ਕਿ ਇਹ ਇੱਕ ਤਰ੍ਹਾਂ ਦੀ ਨਾ ਪੋਜ਼ੀਟਿਵ ਚੀਜ਼ ਹੈ, ਪੋਜ਼ੀਟਿਵ ਚਾਰਜ ਵਾਲੀ ਹੈ, ਪਰ ਹੁੰਦੀ ਉਹ ਕੀ ਹੈ, ਖਾਲੀ ਥਾਂ ਆ ਜਿੱਥੇ ਇਲੈਕਟ੍ਰੋਨ ਆ ਕੇ ਲੱਗ ਸਕਦਾ। ਇਸ ਤਰ੍ਹਾਂ ਦੇ ਜਿਹੜਾ ਸੈਮੀ ਕੰਡਕਟਰ ਨੂੰ ਕਹਿੰਦੇ ਆ ਪੀ ਟਾਈਪ ਸੈਮੀ ਕੰਡਕਟਰ, ਠੀਕ ਹੈ ਜੀ। ਸੋ ਪੀ ਟਾਈਪ ਸੈਮੀ ਕੰਡਕਟਰ ਇਸ ਤਰ੍ਹਾਂ ਉਹਨੂੰ ਕਿਹਾ ਜਾਂਦਾ। ਲੱਗ ਗਿਆ ਪਤਾ ਜੀ। ਸੋ ਇਸ ਤਰ੍ਹਾਂ ਦੇ ਜਿਹੜੇ ਆਪਣਾ ਸੈਮੀ ਕੰਡਕਟਰ ਉਹਨੂੰ ਪੀ ਟਾਈਪ ਸੈਮੀ ਕੰਡਕਟਰ ਕਿਹਾ ਜਾਂਦਾ। ਅਤੇ ਦੇਖੋ N ਟਾਈਪ ਐਂਡ P ਟਾਈਪ ਜਿਹੜੇ ਸੈਮੀ ਕੰਡਕਟਰ ਆ ਇਹਨੂੰ ਆਪਾਂ ਕਿਹਾ ਜਾਂਦਾ ਐਕਸਟ੍ਰਿੰਸਿਕ ਸੈਮੀ ਕੰਡਕਟਰ। ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਹੁੰਦਾ ਇੱਕ ਪਿਓਰ ਐਟਮ ਹੁੰਦਾ ਹੈ, ਪਿਓਰ ਪਲੱਸ ਇੰਪਿਊਰਿਟੀ ਹੁੰਦੀ ਹੈ, ਪਲੱਸ ਇੰਪਿਊਰਿਟੀ, ਠੀਕ ਹੈ ਜੀ, ਪਿਓਰ ਅਤੇ ਪਲੱਸ ਇੰਪਿਊਰਿਟੀ। ਸੋ ਉਹਨੂੰ ਕਿਹਾ ਜਾਂਦਾ ਐਕਸਟ੍ਰਿੰਸਿਕ ਸੈਮੀ ਕੰਡਕਟਰ, ਠੀਕ ਹੈ। ਔਰ ਜਿਹੜੀ ਇੰਪਿਊਰਿਟੀ ਆ ਕਿਉਂ ਐਡ ਕੀਤੀ ਜਾਂਦੀ ਹੈ, ਕਿਉਂਕਿ ਇਹਦੇ ਵਿੱਚ ਜਿਹੜਾ ਆਪਣਾ ਨੰਬਰ ਆਫ ਫ੍ਰੀ ਇਲੈਕਟ੍ਰੋਨਸ ਆ ਜਿਹੜੇ, ਠੀਕ ਆ, ਫ੍ਰੀ ਇਲੈਕਟ੍ਰੋਨ ਜਿਹੜੇ ਨੰਬਰ ਆਫ ਫ੍ਰੀ ਇਲੈਕਟ੍ਰੋਨਸ ਆ ਉਹ ਕੀ ਆ, ਵੱਧ ਜਾਣ, ਠੀਕ ਹੈ। ਸੋ N ਟਾਈਪ ਸੈਮੀ ਕੰਡਕਟਰ ਹੋ ਗਿਆ ਆਪਣਾ, P ਟਾਈਪ ਸੈਮੀ ਕੰਡਕਟਰ ਹੋ ਗਿਆ। ਹੁਣ ਆਪਾਂ ਕੀ ਕਰਨਾ ਕਿ ਮੇਰੇ ਤੋਂ ਨਾ ਇੱਥੇ ਹੈਗਾ P ਟਾਈਪ ਸੈਮੀ ਕੰਡਕਟਰ, ਦੋਨੋਂ ਇਕੱਠੇ ਨੂੰ ਲਾਉਂਦਾ ਖੈਰ,
ਆ ਮੇਰਾ ਆ ਜਿਹੜੀ ਚੀਜ਼ ਆ ਮੇਰੀ ਪੀ ਟਾਈਪ ਸੈਮੀ ਕੰਡਕਟਰ, ਆ ਮੇਰੀ ਐਨ ਟਾਈਪ ਸੈਮੀ ਕੰਡਕਟਰ ਆ। ਇਹਨਾਂ ਨੂੰ ਮੈਂ ਕੀ ਕਰਤਾ, ਮੈਂ ਆਪਸ ਵਿੱਚ ਨਾ ਜੋੜਤਾ। ਜੋੜਨ ਦੇ ਨਾਲ ਮੇਰਾ ਕੀ ਹੋ ਗਿਆ, ਇਹਨੂੰ ਕਹਿੰਦੇ ਆ ਪੀ ਐਨ ਜੰਕਸ਼ਨ। ਠੀਕ ਆ, ਕਹਿੰਦੇ ਆ ਪੀ ਐਨ ਜੰਕਸ਼ਨ। ਜਦੋਂ ਜੋੜਤਾ ਹੁੰਦਾ ਕਿ ਦੇਖੋ ਇਹਦੇ ਵਿੱਚ ਆ ਹੈਗੇ ਆ ਹੋਲਸ ਕੀ ਖਾਲੀ ਥਾਂ ਇੱਕ ਤਰ੍ਹਾਂ ਦੀ ਨੰਬਰ ਆਫ, ਯਾਨੀ ਇਹਦੇ ਵਿੱਚ ਮੈਜੋਰਿਟੀ ਚਾਰਜ ਕੈਰੀਅਰ ਹੋਲਸ ਹੁੰਦੇ ਆ, ਪੀ ਇਹਦੇ ਵਿੱਚ ਕੀ ਹੁੰਦੇ ਆ ਇਲੈਕਟ੍ਰੋਨਸ। ਠੀਕ ਹੈ, ਸੋ ਇਹਨੂੰ ਕਹਿੰਦੇ ਆਪਾਂ ਪੀ ਐਨ ਜੰਕਸ਼ਨ। ਹੁੰਦਾ ਕੀ ਆ ਪੀ ਐਨ ਜੰਕਸ਼ਨ ਵਿੱਚ ਕਿ ਇਹਦੇ ਵਿੱਚ ਦੋ ਤਰ੍ਹਾਂ ਦਾ, ਸਭ ਤੋਂ ਪਹਿਲੀ ਤਾਂ ਕਰੰਟ ਹੁੰਦਾ, ਇੱਕ ਹੁੰਦਾ ਡ੍ਰਿਫਟ ਕਰੰਟ। ਉੱਦਾਂ ਵੀ ਵੈਸੇ ਨਾ ਦੋ ਤਰ੍ਹਾਂ ਦੇ ਕਰੰਟ ਹੁੰਦੇ, ਇੱਕ ਹੁੰਦਾ ਡ੍ਰਿਫਟ ਕਰੰਟ, ਇੱਕ ਹੁੰਦਾ ਡਿਫਿਊਜ਼ ਕਰੰਟ। ਠੀਕ ਹੈ, ਡ੍ਰਿਫਟ ਕਰੰਟ ਕੀ ਹੁੰਦਾ, ਡ੍ਰਿਫਟ ਕਰੰਟ ਦਾ ਮੋਬਿਲਿਟੀ ਚਾਰਜ ਕੈਰੀਅਰ ਜਿਹੜੇ ਹੁੰਦੇ ਆ, ਮੋਬਿਲਿਟੀ ਚਾਰਜ ਕੈਰੀਅਰ ਹੁੰਦਾ। ਮੋਬਿਲਿਟੀ ਚਾਰਜ ਕੈਰੀਅਰ ਮਤਲਬ ਕਿ ਇਲੈਕਟ੍ਰੋਨ ਮੰਨ ਲਓ ਇੱਥੋਂ ਇੱਧਰ ਆਇਆ, ਠੀਕ ਹੈ, N to P 'ਤੇ ਆ, ਉਸ ਵੇਲੇ ਜਿਹੜਾ ਕਰੰਟ ਆ, ਇਲੈਕਟ੍ਰੋਨ ਮੰਨ ਲਓ ਇਸ ਪਾਸੇ ਨੂੰ ਆ, ਇਲੈਕਟ੍ਰੋਨ ਦੇ ਕਰੰਟ ਨੇ ਕਿਸ ਪਾਸੇ ਨੂੰ ਜਾਣਾ, ਆਈ ਇਸ ਪਾਸੇ ਨੂੰ ਜਾਣਾ। ਠੀਕ ਹੈ, ਸੋ ਉਹ ਜਿਹੜੀ ਚੀਜ਼ ਹੋ ਗਈ ਉਹ ਕਹਿੰਦੇ ਡ੍ਰਿਫਟ ਕਰੰਟ। ਜਦੋਂ ਇਲੈਕਟ੍ਰੋਨ ਦਾ ਮੂਵ ਕਰਦਾ, ਜਦੋਂ ਆਪਾਂ ਪੋਟੈਂਸ਼ੀਅਲ ਡਿਫਰੈਂਸ ਉਹਨੂੰ ਦੇਈਦੀ ਹੈ। ਡਿਫਿਊਜ਼ਨ ਕਰੰਟ ਕਿਹੜਾ ਹੁੰਦਾ, ਡਿਫਿਊਜ਼ਨ ਕਰੰਟ ਹੁੰਦਾ ਜਿਹੜੀ ਆਲੇ ਦੁਆਲੇ ਨਾ ਜਿਹੜੀ ਕੰਸਨਟ੍ਰੇਸ਼ਨ ਆ ਉਹਨੂੰ ਇਕੁਅਲ ਕਰਨ ਦੇ ਲਈ ਹੋਣਾ ਕੀ ਹੈ ਕਿ ਜਿਹੜੇ ਐਨ ਟਾਈਪ ਵਿੱਚ ਨਾ ਇੱਕ ਉਹ ਹੁੰਦੇ ਆ ਮਾਈਨੋਰਿਟੀ ਚਾਰਜ ਕੈਰੀਅਰ। ਐਨ ਟਾਈਪ ਵਿੱਚ ਮਾਈਨੋਰਿਟੀ ਚਾਰਜ ਕੈਰੀਅਰ ਕਿਹੜੇ ਹੁੰਦੇ ਆ, ਹੋਲਸ। ਪੀ ਟਾਈਪ ਵਿੱਚ ਮਾਈਨੋਰਿਟੀ ਚਾਰਜ ਕੈਰੀਅਰ ਕਿਹੜੇ ਹੁੰਦੇ ਆ, ਇਲੈਕਟ੍ਰੋਨਸ। ਠੀਕ ਹੈ, ਯਾਨੀ ਇਹਦੇ ਵਿੱਚ ਪੀ ਟਾਈਪ ਦੇ ਵਿੱਚ ਹੋਲਸ ਵੀ ਹੁੰਦੇ ਆ, ਹੋਲਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਲੈਕਟ੍ਰੋਨ ਦੀ ਮਾਤਰਾ ਥੋੜ੍ਹੀ ਘੱਟ ਹੁੰਦੀ ਹੈ। ਐਨ ਟਾਈਪ ਦੇ ਵਿੱਚ ਇਲੈਕਟ੍ਰੋਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਹੋਲਸ ਦੀ ਮਾਤਰਾ ਥੋੜ੍ਹੀ ਘੱਟ ਹੁੰਦੀ ਹੈ, ਪਰ ਹੁੰਦੀ ਆ। ਠੀਕ ਹੈ, ਸੋ ਹੋਣਾ ਕੀ ਕਿ ਡਿਫਿਊਜ਼ਨ ਕਰੰਟ ਦਾ ਮਤਲਬ ਕੀ ਹੈ, ਕੀ ਕਹਿੰਦਾ ਕਿ ਦੇਖੋ ਇੱਧਰ ਹੋਲਸ ਨੇ ਇਸ ਪਾਸੇ ਨੂੰ ਜਾਣਾ, ਇਲੈਕਟ੍ਰੋਨ ਨੇ ਇਸ ਪਾਸੇ ਨੂੰ ਜਾਣਾ। ਸੋ ਇੱਥੇ ਆ ਕੇ ਆਹ ਚੀਜ਼ 'ਤੇ ਆ ਕੇ ਕੀ ਹੋਣਾ ਕਿ ਹੋਲਸ ਮੰਨ ਲਓ ਇੱਥੇ ਹੋਲਸ ਆ ਗਿਆ, ਯਾਨੀ ਹੋਲ ਆਪਾਂ ਕੀ ਪੋਜ਼ੀਟਿਵ ਚਾਰਜ ਮੰਨਿਆ। ਠੀਕ ਹੈ, ਅਤੇ ਇਲੈਕਟ੍ਰੋਨ ਨੂੰ ਆਪਾਂ ਨੈਗੇਟਿਵ ਚਾਰਜ ਮੰਨਿਆ। ਇੱਥੇ ਆ ਜਾਣੇ, ਇੱਥੇ ਇੱਦਾਂ ਇਲੈਕਟ੍ਰੋਨ ਇੱਥੋਂ ਇੱਧਰ ਨਹੀਂ ਜਾ ਸਕਦੇ, ਕਿਉਂਕਿ ਇੱਥੇ ਇਲੈਕਟ੍ਰੋਨ ਪਏ ਆ, ਇਲੈਕਟ੍ਰੋਨ ਰਿਪੈਲ ਕਰਨਾ ਵਾਸਤੇ ਉਹ ਇੱਥੇ ਲੱਗ ਗਿਆ। ਹੋਲਸ ਜਿਹੜੇ ਇੱਥੋਂ ਇੱਥੇ ਨਹੀਂ ਜਾ ਸਕਦੇ, ਕਿਉਂਕਿ ਇੱਧਰ ਪੋਜ਼ੀਟਿਵ ਚਾਰਜ ਨਹੀਂ ਆ ਵੀ ਹੋਲਸ ਹੀ ਆ ਵਾਲੇ, ਸੋ ਇਹਨੂੰ ਰਿਪੈਲ ਕਰਨਾ। ਸੋ ਇਸ ਚੀਜ਼ 'ਤੇ ਨਾ ਇੱਕ ਇਲੈਕਟ੍ਰਿਕ ਫੀਲਡ ਸੈਟਅਪ ਹੋ ਜਾਂਦਾ, ਇਲੈਕਟ੍ਰਿਕ ਫੀਲਡ ਜਿਹੜਾ ਸੈਟਅਪ ਹੋ ਜਾਂਦਾ। ਠੀਕ ਆ, ਇਲੈਕਟ੍ਰਿਕ ਫੀਲਡ ਕਰਦਾ ਕੀ ਆ ਕਿ ਉਹਨੇ ਇਲੈਕਟ੍ਰੋਨ ਜਿਹੜੇ ਆ ਐਨ ਟਾਈਪ ਟੂ ਪੀ ਟਾਈਪ ਨਹੀਂ ਆਉਣ ਦੇਣੇ। ਜੇ ਇਲੈਕਟ੍ਰੋਨ ਐਨ ਟੂ ਪੀ ਨਹੀਂ ਆਉਣਗੇ ਤਾਂ ਕਰੰਟ ਕਿੱਦਾਂ ਮੂਵ ਕਰੂਗਾ। ਸੋ ਇਸ ਇਲੈਕਟ੍ਰਿਕ ਫੀਲਡ ਜਿਹੜਾ ਸੈਟਅਪ ਹੋ ਜਾਂਦਾ, ਇਹਨੂੰ ਆਪਾਂ ਕਹਿੰਦੇ ਪੋਟੈਂਸ਼ੀਅਲ, ਇਹਨੂੰ ਯਾਨੀ ਇਹਨੂੰ ਕਹਿੰਦੇ ਪੋਟੈਂਸ਼ੀਅਲ ਬੈਰੀਅਰ ਬੇਸਿਕਲੀ ਹੁੰਦਾ ਹੈ, ਇਸ ਤਰ੍ਹਾਂ ਦਾ ਇੱਕ ਤਰ੍ਹਾਂ ਪੋਟੈਂਸ਼ੀਅਲ ਬੈਰੀਅਰ। ਕੋਈ ਵੀ ਹੁਣ ਮੰਨ ਲਓ ਚੀਜ਼ ਆ, ਜੇ ਇਲੈਕਟ੍ਰੋਨ ਨੇ ਐਨ ਟੂ ਪੀ ਟਾਈਪ ਜਾਣਾ ਜਾਂ ਹੋਲ ਨੇ ਪੀ ਟੂ ਐਨ ਟਾਈਪ ਆਉਣਾ, ਉਹਨੂੰ ਆਹ ਪੋਟੈਂਸ਼ੀਅਲ ਬੈਰੀਅਰ ਕਰੋਸ ਕਰਨਾ ਪਊਗਾ। ਔਰ ਇਹ ਕਿੱਦਾਂ ਕਰੋਸ ਕਰੂਗਾ, ਜੇ ਉਹ ਤੋਂ ਐਨਰਜੀ ਹੋਊਗੀ। ਠੀਕ ਹੈ, ਲੱਗੇ ਪਤਾ ਨਾ। ਸੋ ਇਹਦੇ ਵਿੱਚ ਹੁੰਦਾ ਇਹ ਜਿਹੜਾ ਹੁੰਦਾ ਆ ਕੰਸਨਟ੍ਰੇਸ਼ਨ ਮੇਨਟੇਨ ਕਰਨ ਦੇ ਲਈ, ਯਾਨੀ ਜਿਹੜਾ ਕਰੰਟ ਮੂਵ ਹੁੰਦਾ ਉਹਨੂੰ ਕਹਿੰਦੇ ਆ ਡਿਫਿਊਜ਼ਨ ਕਰੰਟ ਮੇਨਟੇਨ ਕਰਨਾ, ਯਾਨੀ ਬੇਸਿਕ ਇਕੁਅਲਾਈਜ਼ ਕਰਨੀ। ਠੀਕ ਹੈ, ਸੋ ਇੱਥੇ ਸਾਫ਼ ਬਣਾਉਂਦਾ ਮੈਂ। ਆਹ ਮੇਰੀ ਹੋ ਗਈ ਪੀ ਐਨ ਜੰਕਸ਼ਨ, ਆਹ ਇੱਥੇ ਜਿਹੜਾ ਮੇਰਾ ਬੈਰੀਅਰ ਵਾਲਾ ਆਹ ਮੇਰੀ ਪੀ ਆ, ਆਹ ਮੇਰੀ ਐਨ ਆ, ਆਹ ਮੇਰੇ ਹੈਗੇ ਹੋਲਸ ਯਾਨੀ ਪੋਜ਼ੀਟਿਵ ਚਾਰਜ ਵੱਲ ਸਪੋਜ਼ ਕੀਤਾ ਜਾਂਦਾ ਇਹਨੂੰ। ਠੀਕ ਹੈ, ਸੋ ਇੱਥੇ ਆਹ ਮੇਰੇ ਇਲੈਕਟ੍ਰੋਨ ਪਏ ਆ, ਆਹ ਮੇਰੇ ਇੱਥੇ ਪੋਜ਼ੀਟਿਵ ਚਾਰਜ ਪਿਆ, ਅਤੇ ਇੱਥੇ ਮੇਰੇ ਹੈਗੇ ਆ ਇਲੈਕਟ੍ਰੋਨਸ। ਠੀਕ ਹੈ, ਸੋ ਇਲੈਕਟ੍ਰਿਕ ਫੀਲਡ ਇਸ ਪਾਸੇ ਸੈਟਅਪ ਹੋਇਆ। ਹੁਣ ਮੈਂ ਕੀ ਕਰਨਾ, ਮੈਂ ਹੈ ਨਾ ਇੱਕ ਨਾ ਕਰੰਟ ਯਾਨੀ ਬੇਸਿਕਲੀ ਮੂਵ ਕਰਾਉਣਾ। ਅੱਗੇ ਪਤਾ ਲੱਗਣਾ ਇਹਦੇ ਯੂਸਿਸ ਕੀ ਆ। ਸੋ ਮੈਂ ਕੀ ਕਰਨਾ, ਇਹਦੇ ਵਿੱਚ ਨਾ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦੀ ਫੋਰਵਰਡ ਬਾਇਸਿੰਗ। ਫੋਰਵਰਡ ਬਾਇਸਿੰਗ ਦਾ ਮਤਲਬ ਕਹਿੰਦਾ ਕਿ ਜਦੋਂ ਇਹਨੂੰ ਬੈਟਰੀਆਂ ਲੱਗਦੀਆਂ ਉਸ ਵੇਲੇ ਇਹਨੂੰ ਬਾਇਸਿੰਗ ਕਹਿੰਦੇ। ਇੱਕ ਹੁੰਦਾ ਰਿਵਰਸ ਬਾਇਸ। ਫੋਰਵਰਡ ਬਾਇਸ ਦਾ ਮਤਲਬ ਕੀ ਹੈ ਕਿ ਜਦੋਂ ਨਾ ਮੰਨ ਲਓ ਮੈਂ ਇਹਨੂੰ, ਹੁਣ ਦੇਖੋ ਜੇ ਇਹਨੂੰ ਇੱਥੇ ਮੈਂ ਪੋਜ਼ੀਟਿਵ 'ਤੇ ਲਾਤਾ ਅਤੇ ਇਹਨੂੰ ਮੈਂ ਨੈਗੇਟਿਵ 'ਤੇ ਲਾਤਾ, ਇਹਨੂੰ ਕਹਿੰਦੇ ਫੋਰਵਰਡ ਬਾਇਸ। ਇਹਦਾ ਮਤਲਬ ਕੀ ਆ, ਮੰਨ ਲਓ ਮੈਂ ਜਿਹੜਾ ਇਹਨਾਂ ਵਿੱਚ ਨਾ ਪੋਟੈਂਸ਼ੀਅਲ ਹੁੰਦਾ, ਪੋਟੈਂਸ਼ੀਅਲ ਬੈਰੀਅਰ ਹੁੰਦਾ, ਇਹ ਮੰਨ ਲਓ 0.7 ਵੋਲਟ ਤੱਕ ਦਾ ਹੁੰਦਾ ਇਹ। ਯਾਨੀ ਜੇ ਮੈਂ ਬੈਟਰੀ ਆਹ ਵਾਲੀ 0.5 ਵੋਲਟ ਦੀ ਲਾ ਲਈ ਪੋਟੈਂਸ਼ੀਅਲ ਡਿਫਰੈਂਸ, ਤਾਂ ਜਿਹੜਾ ਹੋਲਸ ਆ ਇੱਥੋਂ ਇੱਧਰ ਨਹੀਂ ਜਾ ਸਕਦੇ। ਕਿਉਂਕਿ
ਇੱਥੋਂ ਇੱਧਰ ਜਿਹੜਾ ਕਰੋਸ ਕਰਨ ਦੇ ਲਈ ਉਹਨਾਂ ਨੂੰ ਘੱਟੋ ਘੱਟ ਜਿਹੜਾ ਪੋਟੈਂਸ਼ੀਅਲ ਬੈਰੀਅਰ ਡਿਫਰੈਂਸ ਆ, ਠੀਕ ਹੈ, ਪੋਟੈਂਸ਼ੀਅਲ ਐਨਰਜੀ ਉਹਨਾਂ ਨੂੰ 0.7 ਵੋਲਟ ਤੱਕ ਦੀ ਚਾਹੀਦੀ ਹੈ ਜਾਂ ਇਹ ਤੋਂ ਜ਼ਿਆਦਾ ਚਾਹੀਦੀ ਹੈ, ਠੀਕ ਹੈ। ਸੋ ਇੱਥੇ ਮੈਂ ਲੈਟ ਸਪੋਜ਼ ਮੈਂ 1 ਵੋਲਟ ਦਾ ਸੈੱਲ ਲੈ ਲਿਆ ਜਾਂ 1.5 ਵੋਲਟ ਦਾ ਹੁੰਦਾ ਜਿਹੜਾ ਸੈੱਲ ਹੁੰਦਾ ਐਵਰੇਡੀ ਦਾ, ਉਹ ਮੈਂ ਇੱਥੇ ਲਾ ਲਿਆ। ਉਹਨਾਂ ਕੀ ਹੋਣਾ ਕਿ ਜਿਹੜੇ ਮੇਰੇ ਹੋਲਸ ਆ, ਹੁਣ ਇਹ ਪੋਜ਼ੀਟਿਵ ਆ, ਪੋਜ਼ੀਟਿਵ ਨੂੰ ਕੀ ਰਿਪੈਲ ਕਰਨਾ, ਜਿਹੜੇ ਹੋਲਸ ਆ ਇੱਥੋਂ ਇੱਦਾਂ ਚੱਲ ਜਾਣੇ, ਠੀਕ ਹੈ, ਔਰ ਜਿਹੜੇ ਇਲੈਕਟ੍ਰੋਨ ਆ ਇਹ ਇੱਥੋਂ ਐਂ ਆ ਜਾਣੇ। ਸੋ ਇਹਦਾ ਮਤਲਬ ਕੀ ਹੈ, ਜਿਹੜਾ ਮੇਰਾ ਓਵਰਆਲ ਕਰੰਟ ਜਿਹੜਾ ਮੇਰਾ ਉਹ ਇਸ ਪਾਸੇ ਨੂੰ ਮੂਵ ਹੋਣ ਲੱਗ ਪੈਣਾ। ਸੋ ਇਹ ਜਿਹੜੀ ਮੇਰੀ ਹੋ ਗਈ, ਇਹਨੂੰ ਕਹਿੰਦੇ ਆਪਾਂ ਫੋਰਵਰਡ ਵਾਇਸ, ਠੀਕ ਹੈ, ਲੱਗਿਆ ਪਤਾ। ਇੱਕ ਹੁੰਦੀ ਹੈ ਰਿਵਰਸ ਵਾਇਸ। ਰਿਵਰਸ ਵਾਇਸ ਦੇ ਵਿੱਚ ਕੀ ਹੁੰਦਾ ਕਿ ਮੇਰੀ ਆਹ ਚੀਜ਼ ਹੈ, ਮੇਰੀ ਡਾਇਡ ਆ ਬੇਸਿਕਲੀ। ਆਹ ਮੇਰਾ ਕੀ ਹੈ, ਇੱਥੇ ਇਲੈਕਟ੍ਰਿਕ ਫੀਲਡ ਸੈੱਟ ਹੋਇਆ ਪੋਜ਼ੀਟਿਵ ਅਤੇ ਨੈਗੇਟਿਵ ਦਾ। ਆਹ ਮੇਰੇ ਇੱਥੇ ਇਲੈਕਟ੍ਰੋਨ ਪਏ ਆ, ਆਹ ਹੋਲਸ ਆ, ਠੀਕ ਹੈ। ਮੈਂ ਇਹਨੂੰ ਕੀ ਕੀਤਾ, ਮੈਂ ਇਹਨੂੰ ਨੈਗੇਟਿਵ 'ਤੇ ਲਾਤਾ, ਇਹਨੂੰ ਪੋਜ਼ੀਟਿਵ 'ਤੇ ਲਾਤਾ। ਹੁਣ ਕੀ ਹੋਣਾ, ਦੇਖੋ ਪੋਜ਼ੀਟਿਵ ਨੂੰ ਜਦੋਂ ਇਲੈਕਟ੍ਰੋਨ ਦੇ ਨਾਲ ਲਾਤਾ ਤਾਂ ਇਹਨਾਂ ਦਾ ਇਲੈਕਟ੍ਰੋਨ ਇਸ ਪਾਸੇ ਨੂੰ ਖਿੱਚ ਲੈਣੇ ਆ। ਸੋ ਉਹ ਠੀਕ ਹੈ, ਇੱਧਰ ਆਹ ਨੈਗੇਟਿਵ ਆ, ਆਹ ਹੋਲਸ ਆ, ਇਹਨੇ ਹੋਲਸ ਇਸ ਪਾਸੇ ਨੂੰ ਖਿੱਚ ਲੈਣੇ। ਸੋ ਹੋਣਾ ਕੀ, ਇਲੈਕਟ੍ਰੋਨ ਇਸ ਪਾਸੇ ਨੂੰ ਜਾਈ ਜਾਣਾ, ਹੋਲਸ ਨੇ ਇਸ ਪਾਸੇ ਨੂੰ ਜਾਈ ਜਾਣਾ, ਉਹਨੇ ਜਿਹੜਾ ਪੋਟੈਂਸ਼ੀਅਲ ਬੈਰੀਅਰ ਆ ਇਹ ਇਨਕਰੀਜ਼ ਹੋ ਜਾਣਾ, ਇਹ ਇੱਥੇ ਤੱਕ ਆ ਜਾਣਾ ਜਿਹੜਾ ਪੋਟੈਂਸ਼ੀਅਲ ਬੈਰੀਅਰ ਹੈ, ਠੀਕ ਹੈ। ਪੋਟੈਂਸ਼ੀਅਲ ਬੈਰੀਅਰ ਇਨਕਰੀਜ਼ ਹੋ ਗਿਆ, ਇਹਦਾ ਮਤਲਬ ਕਿ ਕੋਈ ਕਰੰਟ ਹੀ ਨਹੀਂ ਮੂਵ ਕੀਤਾ ਇਹਦੇ ਵਿੱਚ। ਸੋ ਇਸ ਤਰ੍ਹਾਂ ਦੇ ਇਸ ਚੀਜ਼ ਨੂੰ ਕਹਿੰਦੇ ਆਪਾਂ ਆਪਣੇ ਰਿਵਰਸ ਵਾਇਸ ਕਰੰਟ। ਹੁੰਦਾ ਕੀ ਆ ਕਿ ਪੋਟੈਂਸ਼ੀਅਲ ਬੈਰੀਅਰ ਵਿੱਚ ਨਾ ਜਦੋਂ ਆਪਣੀ ਵੋਲਟੇਜ ਜਿਹੜੀ ਆ ਇੱਕ ਬ੍ਰੇਕਡਾਊਨ ਵੋਲਟੇਜ ਆ ਉਹ ਤੋਂ ਉਹਦੇ ਬਰਾਬਰ ਹੋ ਜਾਵੇ, ਤਾਂ ਜਦੋਂ ਪੋਟੈਂਸ਼ੀਅਲ ਬੈਰੀਅਰ ਵਧੀ ਜਾਣਾ ਉਹਦੇ ਵਿੱਚ ਕੀ ਹੋਣਾ ਕਿ ਇਹਦੇ ਵਿੱਚ ਨਾ ਹੀਟ ਜਨਰੇਟ ਹੋ ਜਾਣੀ। ਹੀਟ ਜਨਰੇਟ, ਪੋਟੈਂਸ਼ੀਅਲ ਡਰੋਪ ਬੇਸਿਕਲੀ ਵੱਧ ਗਿਆ, ਠੀਕ ਹੈ। ਹੁਣ ਪੋਟੈਂਸ਼ੀਅਲ ਬੈਰੀਅਰ ਜਦੋਂ ਵਧੀ ਗਿਆ ਉਸ ਵੇਲੇ ਪੋਟੈਂਸ਼ੀਅਲ ਦੇਖੋ ਬੈਰੀਅਰ ਵੱਧਦਾ ਪਿਆ, ਕਰੰਟ ਨੇ ਇਸ ਤੋਂ ਇਸ ਪਾਸੇ ਜਾਣਾ, ਠੀਕ ਹੈ, ਪਰ ਜਾਂਦਾ ਨਹੀਂ ਪਿਆ ਕਿਉਂਕਿ ਆਹ ਚੀਜ਼ ਵਧੀ ਗਈ। ਸੋ ਇਹ ਚੀਜ਼ ਵਧਣ ਦੇ ਨਾਲ ਕੀ ਹੋ ਜਾਣਾ, ਜਦੋਂ ਇਲੈਕਟ੍ਰੋਨ ਇਸ ਪਾਸੇ ਨੂੰ ਮੂਵ ਕਰਦੇ ਆ, ਹੋਲਸ ਇਸ ਪਾਸੇ ਨੂੰ ਮੂਵ ਕਰਦੇ ਆ, ਉਹਨਾਂ ਦੇ ਕੋਲ ਇੰਨੀ ਐਨਰਜੀ ਆ ਜਾਂਦੀ ਕਿ ਜਿਹੜੇ ਨਾਲ ਦੇ ਇਲੈਕਟ੍ਰੋਨਸ ਵੀ ਹੁੰਦੇ ਨਾ, ਉਹਦੇ ਨਾਲ ਦੇ ਐਟਮਸ ਦੇ ਵਿੱਚ ਜਿਹੜੇ ਇਲੈਕਟ੍ਰੋਨ ਪਏ ਹੁੰਦੇ ਉਹਨਾਂ ਦੇ ਵਿੱਚ ਟਕਰਾਉਂਦੇ ਆ। ਜਦੋਂ ਉਹਨਾਂ ਦੇ ਵਿੱਚ ਟਕਰਾਉਂਦੇ ਆ ਤਾਂ ਉਸ ਵੇਲੇ ਉਹ ਵੀ ਇਲੈਕਟ੍ਰੋਨ ਫਰੀ ਹੋ ਜਾਂਦੇ ਆ, ਫਿਰ ਉਹ ਅੱਗੇ ਹੋਰ ਇਲੈਕਟ੍ਰੋਨ ਦੇ ਵਿੱਚ ਟਕਰਾਉਂਦੇ। ਸੋ ਇੱਕ ਤਰ੍ਹਾਂ ਦਾ ਐਵਾਲਾਂਚ ਨਾ ਜਨਰੇਟ ਹੋ ਜਾਂਦਾ। ਉਹ ਐਵਾਲਾਂਚ ਇਹੋ ਜਨਰੇਟ ਹੁੰਦਾ ਤਾਂ ਉਹ ਇਸ ਪੋਟੈਂਸ਼ੀਅਲ ਬੈਰੀਅਰ ਨੂੰ, ਯਾਨੀ ਇਹ ਪੂਰੀ ਬੇਸਿਕਲੀ ਡਾਇਡ ਨੂੰ ਹੀ ਖਰਾਬ ਕਰ ਦਿੰਦਾ ਉਹ ਪੋਟੈਂਸ਼ੀਅਲ ਬੈਰੀਅਰ। ਫਿਰ ਯਕਦਮ ਬੇਸਿਕਲੀ ਨਾ ਕਰੰਟ ਯਕਦਮ ਫਲੋ ਕਰਦਾ ਇਸ ਪਾਸੇ ਨੂੰ ਇੱਦਾਂ। ਉਸ ਵੇਲੇ ਕੀ ਹੁੰਦਾ, ਉਸ ਵੇਲੇ ਜਿਹੜੀ ਡਾਇਡ ਆ ਉਹ ਪੂਰੀ ਸੜ ਜਾਂਦੀ ਹੈ, ਠੀਕ ਹੈ। ਸੋ ਇਹਨੂੰ ਕਹਿੰਦੇ ਰਿਵਰਸ ਵਾਇਸ, ਰਿਵਰਸ ਬ੍ਰੇਕਡਾਊਨ। ਉਹ ਇੱਦਾਂ ਹੁੰਦਾ, ਦੇਖੋ ਇੱਧਰ ਮੇਰੀ ਵੀ ਹੋ ਗਈ, ਆਹ ਮੇਰੀ ਇਹਨੂੰ ਕਹਿੰਦੇ IV ਕਰੈਕਟਰਿਸਟਿਕ, ਸਭ ਤੋਂ ਇੰਪੋਰਟੈਂਟ ਆ। ਆਹ ਮੇਰੀ ਹੈਗੀ 0.7 ਵੋਲਟ। ਇਹਦਾ ਮਤਲਬ ਕੀ ਕਿ ਮੈਂ ਇੱਦਾਂ ਕਿ ਜਦੋਂ 0.7 ਵੋਲਟ ਤੋਂ ਉੱਪਰ ਕੀ ਮੇਰੇ ਤਾਂ ਮੇਰਾ ਕਰੰਟ ਜਿਹੜਾ ਐ ਮੂਵ ਕਰਨ ਲੱਗ ਪੈਣਾ, ਕਰੰਟ ਮੇਰਾ ਇਹਨੂੰ ਕਹਿੰਦੇ ਆਹ ਫੋਰਵਰਡ ਵਾਇਸ, ਠੀਕ ਹੈ। VA ਕਰੈਕਟਰਿਸਟਿਕ ਆ। ਆਹ ਮੇਰੀ ਹੈਗੀ ਆ ਇੱਥੇ ਬ੍ਰੇਕਡਾਊਨ ਵੋਲਟੇਜ। ਪਹਿਲਾਂ ਤਾਂ ਮੈਂ ਇੱਥੇ ਤੱਕ ਲਈ ਗਿਆ, ਕੁਛ ਵੀ ਨਹੀਂ ਹੋਣਾ। ਜਦੋਂ ਬ੍ਰੇਕਡਾਊਨ ਵੋਲਟੇਜ ਹੋਈ ਨਾਲ ਹੀ ਕਰੰਟ ਨੇ ਮੈਕਸੀਮਮ ਹੋ ਜਾਣਾ, ਠੀਕ ਹੈ। ਸੋ ਇਸ ਵਿੱਚ ਕੀ ਹੋਣਾ, ਇਹਦੇ ਵਿੱਚ ਜਿਹੜੀ ਆ ਇੱਥੇ ਜਿਹੜੀ ਆ ਕੰਡੀਸ਼ਨ ਆ, ਇਹਦੇ ਵਿੱਚ ਹੈਗੀ ਆ ਰਨਿੰਗ ਕੰਡੀਸ਼ਨ। ਰਨਿੰਗ ਕੰਡੀਸ਼ਨ ਵਿੱਚ ਕੀ ਮਤਲਬ ਹੈ ਕਿ ਜਿਹੜੀ ਡਾਇਡ ਆ ਉਹ ਸੜੀ ਨਹੀਂ, ਠੀਕ ਹੈ। ਰਨਿੰਗ ਕੰਡੀਸ਼ਨ ਇਹਦੇ ਵਿੱਚ ਜਿਹੜੀ ਡਾਇਡ ਆ ਉਹ ਕੀ ਹੋ ਜਾਂਦੀ ਆ, ਬ੍ਰੇਕ ਹੋ ਜਾਂਦੀ ਆ। ਬ੍ਰੇਕ ਯਾਨੀ ਸੜ ਜਾਂਦੀ ਆ, ਠੀਕ ਹੈ। ਡਾਇਡ ਖਰਾਬ ਹੋ ਜਾਂਦੀ ਬੇਸਿਕਲੀ। ਸੋ ਇਹ ਚੀਜ਼ ਹੁੰਦੀ ਆ। ਸੋ ਇਹਨੂੰ ਕਹਿੰਦੇ ਰਿਵਰਸ ਵਾਇਸ ਤੇ ਫਾਰਵਰਡ ਵਾਇਸ ਕਰੈਕਟਰਿਸਟਿਕ, ਠੀਕ ਹੈ ਜੀ। ਹੁਣ ਤੁਹਾਨੂੰ ਮਾਈਂਡ ਵਿੱਚ ਇਹ ਹੋਣਾ ਕਿ ਅਸੀਂ ਡਾਇਡ ਬਾਰੇ ਪੜ੍ਹਦੇ ਪਏ, ਪਰ ਇਹ ਯੂਜ਼ ਕਿੱਥੇ ਹੁੰਦਾ ਹੈ, ਠੀਕ ਹੈ। ਸੋ ਯੂਜ਼ ਕਿੱਥੇ ਹੁੰਦਾ, ਆਪਾਂ ਹੁਣ ਉਹੀ ਪੜ੍ਹਨ ਲੱਗੇ ਹਾਂ। ਦੇਖੋ ਦੋ ਤਰ੍ਹਾਂ ਦੇ ਕਰੰਟ ਹੁੰਦੇ ਆ, ਇੱਕ ਹੁੰਦਾ AC ਕਰੰਟ, ਇੱਕ ਹੁੰਦਾ DC ਕਰੰਟ। ਜਿਹੜਾ AC ਕਰੰਟ ਆ, ਅਲਟਰਨੇਟਿਵ ਕਰੰਟ ਆ, ਇਹਦੇ ਵਿੱਚ ਨਾ ਫਲਕਚੁਏਸ਼ਨ ਹੁੰਦੀ। ਦੇਖੋ ਆਹ ਜੀ ਅਲਟਰਨੇਟਿਵ, ਠੀਕ ਹੈ। ਜਿਹੜਾ DC ਕਰੰਟ ਆ, ਬੇਸਿਕਲੀ DC ਕਰੰਟ ਜਿਹੜਾ ਹੁੰਦਾ ਉਹ ਐਂ ਹੁੰਦਾ ਐਗਜ਼ੈਕਟਿਵ। ਜਿਹੜਾ DC ਕਰੰਟ, ਪਿਓਰ DC ਕਰੰਟ ਆਹ DC ਕਰੰਟ ਆ, ਇਹਨੂੰ ਕਹਿੰਦੇ DC ਕਰੰਟ, ਠੀਕ ਹੈ। ਯਾਨੀ ਇੱਕੋ ਹੀ ਵੈਲਿਊ ਹੋਵੇ। ਪਰ ਜਿਹੜਾ ਅਨਪਿਓਰ DC ਕਰੰਟ ਆ, ਅਨਪਿਓਰ ਜਿਹਦੇ ਵਿੱਚ AC ਕੰਪੋਨੈਂਟ ਵੀ ਹੁੰਦਾ, ਉਹ ਕਈ ਵੇਲੇ ਐਂ ਵੀ ਹੁੰਦਾ, ਇੱਦਾਂ, ਠੀਕ ਹੈ। ਆਹ ਜਿਹੜਾ ਆ ਇਹ ਹੈਗਾ ਅਨਪਿਓਰ, ਇਹਦੇ ਵਿੱਚ AC ਕੰਪੋਨੈਂਟ ਵੀ ਹੈਗਾ ਕਿਉਂਕਿ ਹੱਲੇ ਵੀ ਉਹ 0 ਤੋਂ ਮੈਕਸੀਮਮ ਤੱਕ ਫੇਰ ਜਾਂਦਾ ਪਿਆ, ਫੇਰ ਘਟਦਾ, ਫੇਰ ਜਾਂਦਾ ਪਿਆ। ਸੋ ਉਸ ਚੀਜ਼ ਨੂੰ
ਇੱਦਾਂ ਕਿਉਂ ਕਹਿੰਦੇ ਆ, ਇੱਕ ਤਰ੍ਹਾਂ ਦਾ ਪਲੇਨ ਕਰਨ ਦੇ ਲਈ ਫਿਲਟਰਸ ਲਾਏ ਜਾਂਦੇ ਆ, ਉਹ ਹਾਲਾਂਕਿ ਆਪਣੇ ਇਹਦੇ ਵਿੱਚ ਹੈ ਨਹੀਂ, ਪਲੱਸ ਟੂ ਦੇ ਵਿੱਚ ਪਾਰਟ ਹੈ ਨਹੀਂਗਾ ਉਹ, ਠੀਕ ਹੈ। ਸੋ ਵਧੀਆ ਗੱਲ। ਸੋ ਲੱਗੇ ਪਤਾ ਬੇਸਿਕਲੀ AC DC ਕੀ ਹੁੰਦਾ। ਹੁਣ ਕੀ ਜਦੋਂ ਆਪਣੇ ਜਿਹੜਾ ਫੋਨ ਚਾਰਜ ਹੁੰਦੇ ਆ ਜਾਂ ਆਪਣਾ TV ਚੱਲਦਾ, ਕੁਛ ਵੀ ਚੀਜ਼ਾਂ ਚੱਲਦੀਆਂ, ਈਵਨ ਕਿ LED ਬਲਬ LED ਉਹ ਚੱਲਦੇ ਆ, ਉਹ ਕਿਤੇ ਚੱਲਦੇ ਆ, ਜਾਂ CFL ਜਿਹੜੇ ਹੁੰਦੇ ਆ ਘਰਾਂ 'ਚ ਲੱਗੇ ਹੁੰਦੇ ਕੰਪੈਕਟ ਫਲੋਰਸੈਂਟ ਲੈਂਪ ਜਿਹੜੇ ਹੁੰਦੇ ਆ, ਉਹ ਕਿਤੇ ਚੱਲਦੇ ਆ, ਉਹ DC ਕਰੰਟ 'ਤੇ ਚੱਲਦੇ ਆ, ਠੀਕ ਆ। ਹੁਣ ਉਹ ਚੱਲਦੇ DC ਕਰੰਟ 'ਤੇ ਆ, ਪਰ ਸਾਡਾ ਜਿਹੜਾ ਬਿਜਲੀ ਮਹਿਕਮਾ ਉਹ ਸਾਨੂੰ ਦਿੰਦਾ AC ਕਰੰਟ ਪ੍ਰੋਵਾਈਡ ਕਰਦਾ ਪਿਆ। ਸੋ ਉਹ AC ਕਰੰਟ ਤੋਂ DC ਕਰੰਟ ਦੇ ਲਈ ਜਾਣ ਦੇ ਲਈ ਇੱਕ ਨਾ ਚੀਜ਼ ਦੀ ਵਰਤੋਂ ਹੁੰਦੀ ਹੈ, ਉਹਨੂੰ ਕਹਿੰਦੇ ਆਪਾਂ ਰੈਕਟੀਫਾਇਰ ਕੀ ਹੈ, ਜਿਹੜਾ AC ਨੂੰ DC ਵਿੱਚ ਕਨਵਰਟ ਕਰਦਾ, ਉਹਨੂੰ ਕਹਿੰਦੇ ਆਪਾਂ ਰੈਕਟੀਫਾਇਰ। ਦੋ ਤਰ੍ਹਾਂ ਦੇ ਹੁੰਦੇ ਆ, ਠੀਕ ਹੈ। ਰੈਕਟੀਫਾਇਰ ਇੱਕ ਹੁੰਦਾ ਹਾਫ ਵੇਵ ਰੈਕਟੀਫਾਇਰ, ਠੀਕ ਹੈ। ਇੱਕ ਹੁੰਦਾ ਫੁੱਲ ਵੇਵ। ਹਾਫ ਵੇਵ ਰੈਕਟੀਫਾਇਰ ਦੀ ਪਹਿਲਾਂ ਗੱਲ ਕਰਦੇ ਆਪਾਂ। ਹਾਫ ਵੇਵ 'ਚ ਕੀ ਹੈ ਕਿ ਮੈਂ ਇੱਥੇ ਡਾਇਡ ਨੂੰ ਨਾ ਬੇਸਿਕਲੀ ਐਂ ਵੀ ਸ਼ੋਅ ਕਰਦੇ ਆਪਾਂ, ਇੱਦਾਂ ਆਲੀ ਇੱਦਾਂ ਵੀ ਸ਼ੋਅ ਕਰਦੇ ਹਾਂ, ਠੀਕ ਹੈ। ਹਾਫ ਵੇਵ ਰੈਕਟੀਫਾਇਰ ਵਿੱਚ ਕੀ ਹੁੰਦਾ ਕਿ ਆਹ ਮੰਨ ਲਓ ਮੇਰੀ ਡਾਇਡ ਆ PN ਜੰਕਸ਼ਨ ਦੀ, ਇਹਨੂੰ ਮੈਂ ਕੀ ਕੀਤਾ, ਆਹ ਮੇਰੀ ਹੈਗੀ ਇਨਪੁਟ ਸਿਗਨਲ, ਆਹ ਮੇਰਾ ਹੈਗਾ ਆਊਟਪੁੱਟ, ਠੀਕ ਹੈ। ਇਨਪੁੱਟ ਦੇ ਵਿੱਚ ਮੈਂ AC ਇਨਪੁੱਟ ਲਈ, AC ਇਨਪੁੱਟ ਹੈ। AC ਇਨਪੁੱਟ ਦਾ ਮਤਲਬ ਕੀ ਹੈ ਕਿ ਆਹ ਇੱਦਾਂ ਠੀਕ ਹੈ। ਜਦੋਂ ਫਸਟ ਆਹ ਵਾਲਾ ਸਰਕਲ ਹੋਣਾ, ਇਹਦੇ ਵਿੱਚ ਕੀ ਆ ਕਿ ਆਹ ਮੇਰੀ ਪੋਜ਼ੀਟਿਵ ਹੋ ਗਈ, ਆਹ ਨੈਗੇਟਿਵ ਹੋ ਗਈ। ਜਦੋਂ ਆਹ ਸਰਕਲ ਹੋਇਆ, ਇਹਦੇ ਵਿੱਚ ਕੀ ਆ, ਉੱਪਰਲੀ ਮੇਰੀ ਪੋਜ਼ੀਟਿਵ, ਥੱਲੇੜੀ ਨੈਗੇਟਿਵ ਆ। ਇਹਨਾਂ ਕੀ ਹੋਣਾ, ਮੇਰੀ ਜਿਹੜੀ ਆਹ ਮੇਰੀ P ਆ ਅਤੇ ਆਹ ਮੇਰਾ N ਆ, P ਟਾਈਮ ਮੇਰੀ ਪੋਜ਼ੀਟਿਵ ਆ, N ਟਾਈਮ ਮੇਰੀ ਨੈਗੇਟਿਵ ਆ। ਸੋ ਇਹਦੇ ਵਿੱਚ ਜਿਹੜਾ ਫਸਟ ਸਰਕਲ ਵਿੱਚ ਫਸਟ ਹਾਫ ਸਰਕਲ ਜਿਹੜਾ ਆਹ ਵਾਲਾ, ਆਹ ਚੀਜ਼ ਵਾਲੀ ਫਸਟ ਹਾਫ ਸਰਕਲ ਜਿਹੜਾ ਆ, ਇਹਦੇ ਵਿੱਚ ਜਿਹੜੀ ਮੇਰੀ ਡਾਇਡ ਆ ਫੋਰਵਰਡ ਵਾਇਸ ਹੋਣੀ ਆ। ਫੋਰਵਰਡ ਵਾਇਸ ਦਾ ਮਤਲਬ ਕੀ ਹੈ ਕਿ ਉਹ ਕੰਡਕਟ ਕਰੂਗੀ, ਬਿਜਲੀ ਕੰਡਕਟ ਕਰੂਗੀ, ਤਾਂ ਉਹਨੇ ਮੇਰੀ ਆਊਟਪੁੱਟ ਕੀ ਦੇਣੀ, ਉਹਨੇ ਆਊਟਪੁੱਟ ਆਹ ਦੇਣੀ, ਇੰਨੀ ਕੱਢਦਾ ਨਹੀਂ ਉਹਨੇ, ਜਿੰਨੀ ਹੈਗੀ ਉਹਨੇ ਉਨੀ ਆਊਟਪੁੱਟ ਕੱਢਦਾ ਨਹੀਂ, ਠੀਕ ਹੈ। ਅੱਛਾ, ਹਾਲਾਂਕਿ ਉਦੋਂ ਘੱਟ ਕੱਢਣੀ ਆ, ਉਨੀ ਨਹੀਂ ਕੱਢਣੀ, ਉਦੋਂ ਘੱਟ ਕੱਢਣੀ। ਕਿਉਂਕਿ ਜਿਹੜਾ ਪੋਟੈਂਸ਼ੀਅਲ ਬੈਰੀਅਰ ਹੈ ਉਹ 'ਤੇ ਵੀ ਪੋਟੈਂਸ਼ੀਅਲ ਡਰੋਪ ਹੋਣਾ, ਠੀਕ ਹੈ। ਸੋ ਲੈਟ ਸਪੋਜ਼ ਕਿ ਯਾਨੀ ਇੱਕ ਤੁਹਾਨੂੰ ਸਮਝਾਉਣ, ਕੱਢਣੀ ਉਹਨੇ ਘੱਟ ਹੀ ਆ, ਠੀਕ ਹੈ। ਬੈਨੀ ਉਸ ਹੀ ਪੋਜ਼ੀਟਿਵ ਸਰਕਲ ਦੇ ਵਿੱਚ ਕੱਢਦਾ ਨਹੀਂ, ਉੱਪਰ ਹੀ ਕੱਢਦਾ ਨਹੀਂ। ਹੁਣ ਆਪਾਂ ਵਾਰੀ ਹੈਗੀ ਥੱਲੇ ਇਹਦੀ ਵਾਰੀ। ਜਦੋਂ ਆਹ ਚੀਜ਼ ਆਈ ਇੱਥੇ, ਉਸ ਵੇਲੇ ਕੀ ਹੋ ਗਿਆ, ਆਹ ਮੇਰਾ ਨੈਗੇਟਿਵ ਹੋ ਗਿਆ ਅਤੇ ਆਹ ਮੇਰਾ ਪੋਜ਼ੀਟਿਵ ਹੋ ਗਿਆ। ਸੈਕਿੰਡ ਸਰਕਲ ਦੇ ਵਿੱਚ, ਸੈਕਿੰਡ ਹਾਫ ਸਰਕਲ ਦੇ ਵਿੱਚ ਕੀ ਹੋਣਾ ਕਿ ਜਿਹੜੀ ਮੇਰੀ ਡਾਇਡ ਆ ਉਹ ਮੇਰੀ ਹੋਇਆ ਨਹੀਂ ਰਿਵਰਸ ਬਾਇਸ ਡਾਇਡ ਦੇ ਵਿੱਚ ਕੋਈ ਵੀ ਕਰੰਟ ਨਹੀਂ ਮੂਵ ਕਰਦਾ। ਸੋ ਉਹਦੇ ਵਿੱਚ ਜਿਹੜਾ ਆਹ ਚੀਜ਼ ਆ, ਆਹ ਮੇਰੀ ਗੈਪ ਹੋ ਜਾਣੀ, ਠੀਕ ਹੈ। ਗੈਪ ਹੋ ਗਈ, ਫਿਰ ਸਿਗਨਲ ਪਾਇਆ ਮੈਂ ਇੱਥੋਂ ਇੱਦਾਂ ਪੋਜ਼ੀਟਿਵ ਨੈਗੇਟਿਵ ਵਾਲਾ, ਫਿਰ ਫਸਟ ਸਾਈਕਲ ਆ ਗਿਆ, ਉਹਦੇ ਵਿੱਚ ਆਹ ਮੇਰੀ ਪੋਜ਼ੀਟਿਵ ਆਹ ਨੈਗੇਟਿਵ ਹੋ ਗਈ, ਉਹਦੇ ਵਿੱਚ ਫਿਰ ਜਿਹੜੀ ਆ ਗਈ ਮੇਰੀ ਆਊਟਪੁੱਟ, ਠੀਕ ਹੈ। ਫਿਰ ਆਹ ਦੂਜਾ ਸਰਕਲ ਆਇਆ, ਕੁਛ ਨਹੀਂ ਕੰਡਕਟ ਕੀਤਾ। ਫਿਰ ਤੀਜਾ ਸਰਕਲ ਆਇਆ, ਫਿਰ ਆਹ ਕੰਡਕਟ ਕੀਤਾ। ਚੌਥਾ ਫਿਰ ਆਹ ਇੱਦਾਂ ਨਹੀਂ ਕੰਡਕਟ। ਸੋ ਇਹਦਾ ਮਤਲਬ ਕੀ ਆ, ਇਨਪੁੱਟ ਜਿਹੜਾ ਸਿਗਨਲ ਮੇਰਾ ਆਹ ਸੀ, ਆਹ ਮੇਰਾ ਇਨਪੁੱਟ ਸਿਗਨਲ ਸੀਗਾ, ਠੀਕ ਹੈ। ਉਹਦੇ ਕੋਰਸਪੋਂਡਿੰਗ ਜਿਹੜਾ ਮੇਰਾ ਆਊਟਪੁੱਟ ਸਿਗਨਲ ਆਇਆ, ਉਹ ਮੇਰੇ ਆਹ ਚੀਜ਼ ਆਈ, ਆਹ ਇੱਦਾਂ, ਫਿਰ ਇੱਦਾਂ, ਫਿਰ ਇੱਦਾਂ, ਫਿਰ ਇੱਦਾਂ, ਫਿਰ ਇੱਦਾਂ, ਫਿਰ ਇੱਦਾਂ, 1 2 3 4 ਹੈ ਨਾ, ਤਾਂ ਆਹ 'ਚ ਕੁਛ 4 ਇੱਦਾਂ। ਤਾਂ ਇਹਦਾ ਮਤਲਬ ਕੀ ਆ, ਆਹ ਮੇਰੀ ਹੈਗੀ ਫੁੱਲ ਵੇਵ, ਆਹ ਦੇਖੋ ਇੱਕ, ਠੀਕ ਹੈ, ਫੁੱਲ ਵੇਵ ਆ। ਆਹ ਕਿਹੜੀ ਹੈਗੀ ਮੇਰੀ ਅੱਧੀ ਵੇਵ। ਸੋ ਇਸ ਕਰਕੇ ਇਹਨੂੰ ਕਹਿੰਦੇ ਹਾਫ ਵੇਵ ਰੈਕਟੀਫਾਇਰ। ਇਹ ਜਿਹੜੀ ਇਨਪੁੱਟ ਜਿਹੜੀ ਮੇਰੀ ਪੂਰੀ ਵੇਵ ਜਦੋਂ ਮੈਂ ਪਾਉਂਦਾ, ਉਹਨੂੰ ਅੱਧੀ ਨੂੰ ਹੀ ਇਹ ਰੈਕਟੀਫਾਈ ਕਰਦਾ ਹੈ, ਅੱਧੀ ਨੂੰ ਹੀ ਕੀ ਕਰਦਾ, ਇਹ DC ਦੇ ਵਿੱਚ ਕਨਵਰਟ ਕਰਦਾ। ਹਾਲਾਂਕਿ ਆਹ ਵੀ DC ਨਹੀਂ ਹੈਗਾ, ਪਿਓਰ DC ਨਹੀਂ ਹੈਗਾ, ਇਹ ਪਿਓਰ DC ਨਹੀਂ ਹੋ, ਠੀਕ ਹੈ। ਪਰ ਫਿਰ ਵੀ ਇਹ ਤੋਂ ਅੱਗੇ ਫਿਲਟਰਸ ਬੇਸਿਕਲੀ ਲਾਏ ਜਾਂਦੇ ਆ। ਤਾਂ ਪਰ ਇੱਕ ਫੋਰਮ ਦੇ ਵਿੱਚ ਹੀ ਮੈਨੂੰ ਚਾਹੀਦੀ ਹੁੰਦੀ ਹੈ, ਠੀਕ ਹੈ। ਸੋ ਉਹ ਇਸ ਲਈ ਇਹਨੂੰ ਕਹਿੰਦੇ ਹਾਫ ਵੇਵ ਰੈਕਟੀਫਾਇਰ, ਠੀਕ ਹੈ। ਸੋ ਇਹ ਹੋ ਗਿਆ ਹਾਫ ਵੇਵ ਰੈਕਟੀਫਾਇਰ। ਹੁਣ ਆ ਗਈ ਗੱਲ ਫੁੱਲ ਵੇਵ ਰੈਕਟੀਫਾਇਰ ਦੀ। ਫੁੱਲ ਵੇਵ ਰੈਕਟੀਫਾਇਰ ਬੇਸਿਕਲੀ ਕਿਹਨੂੰ ਕਹਿੰਦੇ ਆ, ਫੁੱਲ ਵੇਵ ਰੈਕਟੀਫਾਇਰ ਵਿੱਚ ਹੁੰਦਾ ਕੀ ਹੈ ਕਿ ਮੇਰੀ ਆਹ ਡਾਇਡ ਲੱਗੀ ਹੈ ਕਿ ਇੱਦਾਂ, ਠੀਕ ਹੈ, ਨਾਲੇ ਮੇਰੀ ਇੱਕ ਆਹ ਡਾਇਡ ਲੱਗੀ, ਠੀਕ ਆ। ਆਹ ਮੇਰੀ ਹੋ ਗਈ ਆਊਟਪੁੱਟ, ਇੱਥੇ ਮੇਰੀ ਹੋ ਗਈ ਇਨਪੁੱਟ,
मेरी इनपुट हो गई। होना की हुण देखो जो मैं आ चीज़ मैं इनपुट ते आ चीज़ देनी है, ठीक है। सो आ देखो बुक के डायग्राम जो ऐ बनया होंगे कि आ मेरा ट्रांसफार्म है, इतने आ प्राइमरी कोयल है, आ मेरी है सकैंडरी कोयल, ठीक है। वो घट होंगे डेफिनेटली क्योंकि मैं स्टैप डाउन वो ट्रांसफार्म यूज़ करदा, ठीक है। सो ये की होंगे कि इन्ना कनैक्ट होंगी बेसिकली, पर जो इन्ना कनैक्ट होंगी है तो वो आ मेरी पी एन जंक्शन हो गई, ठीक है। तो इधर मेरी आ मेरी पी एन जंक्शन हो गई, ये इतों इदा कनैक्ट होंगे तो ये आ चीज़ होंगी है आ मेरी होंगी इतने आउटपुट। सो कन्फ्यूज़ ना होइओ, मैं सिंपल ही बनाता, इतने नहीं इदा किया, ठीक है। सो जी आ इतने जी होंगी है ये ऐ करके होंगी, यदा मतलब की है कि आउटपुट वोल्टेज जी इनपुट वोल्टेज वेरी करती है। सो होना कि मान लो मेरी की है इनपुट वोल्टेज आ वाली, आ मेरी इनपुट आ, ठीक है। हुण आ मेरा पॉजिटिव सर्कल आया इत्थे, पॉजिटिव सर्कल की हो गया मेरा उपरला मेरा पॉजिटिव हो गया, थल्लेला मेरा नैगेटिव हो गया, ठीक है। सो यदा मतलब की है आ मेरी फस्ट सर्कल फॉरवर्ड बाइस हो गई, ठीक है। क्यों क्योंकि आ मेरी पी दे नाल पॉजिटिव लगा, एन दे नाल की है नैगेटिव लगा इधर। अच्छा आ जी ये पी दे नाल नैगेटिव है, एन दे नाल पॉजिटिव है, तो आ मेरी की हो गई रिवर्स बाइस फस्ट सर्कल। सो इन्हें कंडक्ट किया, इन्हें जी आउटपुट आ वो आ कड्ढी, आउटपुट कढ़ती इन्हें, ठीक है। दूजे की होया दूजे ये आ मेरा नैगेटिव हो गया तो आ मेरा पॉजिटिव हो गया, देखो पी नैगेटिव हो गया, ये आ कि हो गई मेरी रिवर्स बाइस उपरली, तो थल्लड़ी मेरी जी D2 आ मेरी D2 हो गया, मेरा D1 है। पहली सर्कल के D1 मेरी की है फॉरवर्ड बाइस, D2 रिवर्स बाइस है, आ मेरी इन्हें कटती D1 ने कटती है। दूजी की है दूजी जी मेरी अपनी D2 आ पॉजिटिव आ नैगेटिव आ, D2 फॉरवर्ड बाइस है, आ रिवर्स बाइस आ, दूजी नहीं कटती। तीजी फिर आ फॉरवर्ड बाइस होगी, चौथी आ फॉरवर्ड बाइस होगी। सो ऐ कढ़ती कोरसपोंडिंग टू इनपुट। सो देखो ये की हो गया, देखो इन्हें फुल वेव में की किया, इन्हें उपर करता। सो फुल वेव में की एक पोजीशन के करता। सो ये कहते हैं फुल वेव रैक्टीफायर, ठीक है। सो जी CF अपने होंदियां मोबाइलों के चार्जर होंगे आ, कोई भी इलैक्ट्रॉनिक डिवाइस कोई भी इलैक्ट्रॉनिक डिवाइस आ वो काम DC ते करता। सो वो की फुल वेव रैक्टीफायर लगा होंगे प्लस फिल्टर, ठीक है। फिल्टर का मैं इतों दसदा फिल्टर बेसिकली हालांकि है नहीं साढ़े ये कि वो की लगा होना कि एक इंडक्टर लगा होना है, ठीक है। इंडक्टर फिर इतने कैपेसिटर लगा होना तो एक फिर इंडक्टर लगा होना है। वो जी इतने जी आउटपुट आ या इन कहते पाई फिल्टर, हालांकि है नहीं, मैं फिर दस दिंदा सूँ, इन कहते पाई फिल्टर, इंडक्टर कैपेसिटर तो इंडक्टर। आ जी आउटपुट आनी है ये होनी प्योर DC, यानी ये आउटपुट कितना दी होनी ऐ इदा आ एक ही वैल्यू, क्योंकि जोड़ा इंडक्टर आ इन्हें AC करंट को की रोक देना, अगे DC गया जे फिर वो माड़ा मोटा AC होया तो ये मूव हो जाना इधर, ठीक है। ये खपत हो जाना।